ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੇ ਮੇਰੇ। तरन गगन नभ खंड में, जोते स्वरूपी रहो पर। पवन मथुरा कछ भेद नहीं, गोरे अर जन पर तख हर। पन मथुरा कछ भेद नहीं, गोरे आर जन पर तख हर। सतनाम श्री वाहिगुरु साहिब जीओ। गौड़ी महला पंजवा। गुर का शब्द हृदय अंतर तारे, पंच जना सो संग निवारे। गुर का शब्द हृदय अंतर तारे, पंच जना सो संग निवारे। 10 इंद्री कर राखै वास, ताके आत्मय होए परगास। ऐसी दृढ़ता ताके होए, जाको दया मया प्रभ सोए। ऐसी दृढ़ता ताके होए, जाको दया मया प्रभ सोए। वाहिगुरु जी का खालसा, वाहिगुरु जी की फतेह। एक ओंकार। सतगुर प्रसाद, गुरु गरीब निवाज। बद बखत खम चौबखील, गाफिल बे नजर बेबाक। नानक बगोयद जन तुरा, तेरे चाकरा पाखाक। किस ही जोर अहंकार बोलन का, किस ही जोर दीवान माया का। मैं हर बिन टेक, तारे अवर न काई। तू करते राख मैनी माणी। हे अगमय गोचर, सच साखिब मेरा। साखिब मेरा नानक बोले
ਬੋਲਾਇਆ ਤੇਰਾ ਜੀ ਬੋਲਾਇਆ ਤੇਰਾ ਰਹਿਮਤਾਂ ਦੇ ਸਾਈਂ ਵਾਲੀਏ ਕੁਲ ਦੋ ਆਲਮ ਸਰਵਰੇ ਕਾਇਨਾਤ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਕਿਰਪਾ ਨਿਧ ਦਇਆ ਸਿੰਧ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਤੁਮ ਖੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸਾ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਇਸ ਮਹਾਨ ਉਪਮਾ ਦੇ ਮਾਲਕ ਗਰੀਬ ਨਿਵਾਜ ਕਲਗੀਧਰ ਸੁਆਮੀ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾਲੂ ਦਿਆਲੂ ਦਾਤਾਰ ਪਿਤਾ ਜੀ ਦੇ ਇਸ ਮਹਾਨ ਪਾਕ ਪਵਿੱਤਰ ਅਸਥਾਨ ਤਹੀਂ ਪ੍ਰਕਾਸ਼ ਖਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਜੀ ਦੇ ਪ੍ਰਕਾਸ਼ ਅਵਤਾਰ ਅਸਥਾਨ ਤਖਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਇਸ ਮੁਕੱਦਸ ਅਸਥਾਨ ਉੱਪਰ ਗੁਰੂ ਕਾ ਖਾਸ ਰੂਪ ਖਾਲਸਾ ਰੂਪ ਸਾਧ ਸੰਗਤ ਜੀਓ ਆਪ ਸਾਰੇ ਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਪਾਤਸ਼ਾਹ ਜੀ ਦੇ ਚਰਨ ਪਰਸਦੇ ਕੋਏ ਅੰਮ੍ਰਿਤ ਵੇਲੇ ਤੋਂ ਹੀ ਮਾਲਕ ਜੀ ਦੇ ਮਨੋਹਰ ਅੰਮ੍ਰਿਤਮਈ ਬਚਨ ਗੁਰੂ ਸਾਹਿਬ ਜੀ ਦੀ ਸਿਫਤ ਸਲਾਹ ਗੁਰਬਾਣੀ ਰੂਪ ਦੇ ਅੰਦਰ ਆਪ ਜੀ ਸਰਵਣ ਕਰਦੇ ਆ ਰਹੇ ਹੋ। ਇਸ ਮਹਾਨ ਤਖਤ ਦੀ ਮਰਿਆਦਾ ਅਨੁਸਾਰ ਹੁਣ ਸਮਾਂ ਖੈ ਲੜੀਵਾਰ ਗੁਰ ਸ਼ਬਦ ਵਿਚਾਰ ਦਾ। ਸੋ ਸਿੰਘ ਸਾਹਿਬ ਜੀ ਖੋਰਾਂ ਪਾਸੋਂ ਜਥੇਦਾਰ ਜੀ ਪਾਸੋਂ ਹੁਕਮ ਖੋਇਆ ਪਹਿਲਾਂ ਕੁਝ ਸਮਾਂ ਜੋ ਅੱਜ ਅੰਮ੍ਰਿਤ ਵੇਲੇ ਭਾਵਨਾ ਨਾਲ ਆ ਬਚਨ ਸਵੀਕਾਰ ਕਰਿਆ ਜੇ ਸਿੱਖੋ। ਵੇਖੋ ਇੱਕ ਦੁਨਿਆਵੀ ਅੱਖ ਕਵੇਗੀ ਕਿ ਅੰਮ੍ਰਿਤ ਵੇਲੇ ਇਸ ਮਹਾਨ ਤਖਤ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਹੋਏ। ਇੱਕ ਸ਼ਰਧਾ ਪਿਆਰ ਵਿੱਚ ਭਿੱਜੀ ਹੋਈ ਆਤਮਾ ਕਵੇਗੀ ਭਾਈ ਇਸ ਮਹਾਨ ਤਖਤ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਵੇਲੇ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦਿੱਤੇ। ਆਖੋ ਸਤਨਾਮ। ਸਤਿਗੁਰੂ ਜੀ ਦਾ ਰੂਪ ਹੈ ਨਾ, ਗੁਰਬਾਣੀ ਉਹਦਾ ਰੂਪ ਹੈ, ਖਸਮ ਦੀ ਬਾਣੀ ਹੈ, ਮਾਲਕ ਜੀ ਦਾ ਨਿਜ ਰੂਪ ਹੈ ਗੁਰਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰੂ ਪਾਤਸ਼ਾਹ ਜੀ ਜਦੋਂ ਪ੍ਰਕਾਸ਼ਮਾਨ ਹੋਏ ਨਾ, ਸਹਿਬੇ ਕਮਾਲ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ। ਸਿੱਖੋ ਤੁਸੀਂ ਆਪ ਕਹਿੰਦੇ ਹੋ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਮਾਲਕ ਜੀ ਸੁਭਾਏਮਾਨ ਹੋਏ। ਸਿੰਘ ਸਾਹਿਬ ਜੀ ਹੋਰਾਂ ਨੇ ਜਦੋਂ ਆਪਣੀ ਮੁਬਾਰਕ ਰਸਨਾ ਤੋਂ ਗੁਰੂ ਪਾਤਸ਼ਾਹ ਜੀ ਦਾ ਪੈਗਾਮ ਆਰਡਰ ਆਫ ਦਾ ਡੇ ਕੁੱਲ ਕਾਇਨਾਤ ਵਾਸਤੇ ਜਦੋਂ ਬਖਸ਼ਿਸ਼ ਕੀਤਾ ਹੈ ਨਾ, ਇਹ ਸਾਧ ਸੰਗਤ ਧੰਨ ਗੁਰੂ ਨਾਨਕ ਨਿਰੰਕਾਰ ਆਪ ਨਾਰਾਇਣ ਕਲਹ ਧਾਰ ਜਗ ਮਹਿ ਪਰਵਰਿਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਰੂਹਾਨੀਅਤ ਭਰੀ ਰਸਨਾ ਤੋਂ ਇਹ ਮਾਲਕ ਜੀ ਦੇ ਪਾਵਨ ਬਚਨ ਜੋ ਸਾਧ ਸੰਗਤ ਜੀ ਆਪ ਜੀ ਨੇ ਖੁਣੇ ਖੀ ਜਦੋਂ ਆਪ ਜੀ ਆਏ ਹੋਗੇ ਬਾਹਰ, ਆਪ ਜੀ ਨੇ ਸ਼੍ਰੀ ਮੁਖਵਾਕ ਪੜਿਆ ਹੋਏਗਾ। ਸਾਧ ਸੰਗਤ ਮਾਲਕ ਜੀ ਨੇ ਜਿਹੜੇ ਪਾਵਨ ਬਚਨ ਬਖਸ਼ਿਸ਼ ਕੀਤੇ ਖਨ, ਗੁਰੂ ਗ੍ਰੰਥ ਸਾਹਿਬ ਜੀ ਦਾ ਮੁਬਾਰਕ ਅੰਗ ਖੈ 795 ਸੁਹੀ ਰਾਗ ਅੰਦਰ ਦਤਾਰ ਪਿਤਾ ਜੀ ਨੇ ਵਾਹਿਗੁਰੂ ਬਿਲਾਵਲ ਰਾਗ ਅੰਦਰ, ਬਿਲਾਵਲ ਰਾਗ ਦੇ ਅੰਦਰ ਮਾਲਕ ਜੀ ਨੇ ਇਹ ਮਹਾਨ ਬਖਸ਼ਿਸ਼ ਵਰਤਾਈਏ। ਆਓ ਕੁਝ ਸਮਾਂ ਸ਼੍ਰੀ ਮੁਖਵਾਕ ਦੀ ਵਿਚਾਰ ਉਪਰੰਤ ਜੋ ਸਿੰਘ ਸਾਹਿਬ ਜੀ ਹੋਰਾਂ ਨੇ ਲੜੀਵਾਰ ਗੁਰ ਸ਼ਬਦ
ਪ੍ਰਕਰਨ ਦੇ ਅਧੀਨ ਜੋ ਗੌੜੀ ਰਾਗ ਦਾ ਇਹ ਪਾਵਨ ਸ਼ਬਦ ਹੈ, ਆਪਾਂ ਜਿਵੇਂ ਮਾਲਕ ਜੀ ਤੁਰਟ ਕੇ ਸੇਵਾ ਲੈਣਗੇ, ਆਪਾਂ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਇਹ ਬਚਨ ਸਰਵਣ ਕਰਾਂਗੇ। ਆਓ ਸਾਰੇ ਕਿਰਪਾ ਦੇ ਘਰ ਵਿੱਚ ਆਓ, ਸਾਧ ਸੰਗਤ ਜੀਓ, ਸਾਰੇ ਹੀ ਆਪਾਂ ਗੁਰੂ ਸਾਹਿਬ ਜੀ ਦੇ ਪਿਆਰ ਅੰਦਰ ਰਸਨਾ ਪਵਿੱਤਰ ਕਰੀਏ। ਸਭਨਾ ਦਾ ਦਰ ਆਇਆ ਕਬੂਲ ਹੋ ਸਕੇ। ਪਿਆਰ ਵਿੱਚ ਭਿੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸਾਧ ਸੰਗਤ, ਮਾਲਕ ਜੀ ਨੇ ਜੋ ਕਿਰਪਾ ਕੀਤੀ ਹੈ ਨਾ, ਬਿਲਾਵਲ ਮਹੱਲਾ ਪਹਿਲਾ। ਆਪੇ ਸ਼ਬਦ ਆਪੇ ਨੀਸਾਨ, ਆਪੇ ਸੁਰਤਾ ਆਪੇ ਜਾਨ, ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਣ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਇਆ ਦੇ ਘਰ ਵਿੱਚ ਆ ਕੇ ਅੱਜ ਸਾਨੂੰ ਉਪਦੇਸ਼, ਮਾਲਕ ਜੀ ਪਾਵਨ ਸਿੱਖਿਆ ਪੈਗਾਮ ਬਖਸ਼ਿਸ਼ ਪੇ ਕਰਦੇ ਨੇ। ਸਿੱਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹੋ ਨਾ, ਦ੍ਰਿੜਤਾ ਸਹਿਤ ਆਪਣੇ ਖਿਰਦੇ ਦੇ ਤਲ ਤੇ ਆ ਬਚਨ ਵਸਾ ਕੇ ਜਾਇਆ ਜੇ ਕੀ, ਤੂੰ ਦਾਤਾ ਨਾਮ ਪਰਵਾਣ। ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਦਾਤਾ ਹੈ ਜਿਸ ਦਤਾਰ ਵਰਗਾ ਅੱਜ ਤੱਕ ਕੁੱਲ ਆਲਮ ਵਿੱਚ ਉਹਦੀ ਸਮਰੱਥਾ ਦੇ ਤੁਲ ਨਾ ਕੋਈ ਹੋਇਆ, ਨਾ ਰਹਿੰਦੇ ਸੰਸਾਰ ਵਿੱਚ ਕੋਈ ਹੋ ਸਕੇਗਾ। ਵੇਖੋ, ਆਪਾਂ ਬਚਨ ਬੜੀ ਵਾਰ ਪੜ੍ਹਨੇ ਆ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਏ। ਸਤਿਗੁਰੂ ਜੀ ਨੇ ਨਾ ਇੱਕ ਬਚਨ ਬਿਹਾਗੜਾ ਕੀ ਵਾਰ ਵਿੱਚ ਕੀਤਾ, ਥੋੜਾ ਜਿਹਾ ਸੁਰਤ ਕਰਕੇ ਬਚਨ ਸੁਣਿਆ ਜੇ, ਕਿਉਂਕਿ ਗੁਰੂ ਸਾਹਿਬ ਜੀ ਦਾ ਜੇ ਪੈਗਾਮ ਆਇਆ, ਤੂੰ ਦਾਤਾ, ਦਾਤਾ ਖੈ। ਆਪਾਂ ਕਵਾਂਗੇ ਇਹ ਦਾਤਾ ਬਿਹਾਰ ਤੱਕ, ਇੰਡੀਆ ਤੱਕ, ਜਾਂ ਇਸ ਕੁੱਲ ਵਰਲਡ ਤੱਕ ਸਾਰੀ ਮਾਲਕ ਜੀ ਦੀ ਜਿੰਨੀ ਵੀ ਰਚਨਾ ਹੈ ਸਭਨਾਂ ਨੂੰ ਨਿਆਮਤਾਂ ਦਿੰਦਾ ਪਿਆ ਹੈ। ਦਤਾਹਰ ਜੀ ਕਹਿੰਦੇ ਨੇ, ਸਿੱਖੋ ਸੁਰਤ ਕਰਕੇ ਖਿਰਦੇ ਵਿੱਚ ਆ ਪ੍ਰਵਾਨ ਕਰਿਆ ਜੇ, ਐਡਾ ਵੱਡਾ ਦਾਤਾਰ ਹੈ। ਸਾਹਿਬ ਕਹਿੰਦੇ ਨੇ, ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵਡ ਅਵਰ ਨਾ ਕੋਈ। ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਕੋਈ, ਤੁਧ ਸਭ ਸੈ ਨੂੰ ਦਾਨ ਦਿੱਤਾ। ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀ ਸਮਰੱਥਾ ਵਿੱਚ ਆ ਵਰਲਡ ਸੰਸਾਰ, ਸਾਹਿਬ ਕਹਿੰਦੇ ਨਹੀਂ, ਕੁੱਲ ਬ੍ਰਹਿਮੰਡ, ਕੁੱਲ ਕਾਇਨਾਤ ਦੇ ਅੰਦਰ ਜਿੰਨਾ ਵੀ ਯੂਨੀਵਰਸ ਹੈ, ਸਾਹਿਬ ਕਹਿੰਦੇ ਨੇ ਤੁਧ ਸਭ ਸੈ ਨੂੰ ਦਾਨ ਦਿੱਤਾ। ਖੰਡੀ ਵਰ ਭੰਡੀ ਪਾਤਾਲਈ ਪੁਰਈ ਸਭ ਲੋਈ। ਐਡਾ ਵੱਡਾ ਖਸਮ ਹੈ ਤੁਹਾਡਾ, ਐਡਾ ਵੱਡਾ ਦਤਾਰ ਹੈ। ਤੇ ਸਿੱਖਾ ਅੱਜ ਭਰੋਸਾ ਬਣਾ ਕੇ ਜਾਈ, ਜੇਕਰ ਖਸਮ ਐਡਾ ਵੱਡਾ ਹੈ, ਕਲਗੀਧਰ ਬਾਪੂ ਦੇ ਬਚਨ ਫਿਰ ਸਵੀਕਾਰ ਕਰ ਲਈ ਕਹੀਂ, ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਫਿਰ ਸਿੱਖਾ ਖੋਰ ਕਿਸੇ ਦੀ ਤਾਂ ਖਿਰਦੇ ਵਿੱਚ ਖਿਆਲ ਵੀ ਨਾ ਆਏ। ਭਗਤ ਕਬੀਰ ਸਾਹਿਬ ਨੇ ਨਾ ਇੱਕ ਤਾੜਨਾ ਕੀਤੀ, ਰੇ ਜੀ ਨਿਲੱਜ ਲਾਜ ਤੋਹੇ ਨਾਹੀ, ਹਰ ਤਜ ਛੱਡ ਕਤ ਕਾਹੂ ਕਹਿ ਜਾਈ। ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਾਰ ਘਰ ਜਾਤ ਨਾ ਸੋਹੀ। ਜਿਹਨੂੰ ਕਲਗੀਧਰ ਬਾਪੂ ਨੇ ਕਹਿ ਦਿੱਤਾ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਐ ਸਿੱਖੋ, ਆਓ ਥੋੜਾ ਜਿਹਾ ਭਾਵਨਾ ਨਾਲ ਇਸ ਸੁਰਤ ਨੂੰ ਲੈ ਕੇ ਚੱਲੀਏ। ਜਿਸ ਅਸਥਾਨ ਤੇ ਬੈਠੇ ਹੋ, ਦਰਸ਼ਨ ਕਰੋ ਉਸ ਵੇਲੇ ਦੇ,
ਗੁਰੂ ਨਾਨਕ ਸਾਹਿਬ ਇੱਥੇ ਆਏ ਨਾ, ਖੁਦ ਖੁਦਾ ਆਇਆ ਇਸ ਮਹਾਨ ਤਖਤ ਤੇ ਜਿੱਥੇ ਆਪ ਦਰਸ਼ਨ ਪੇ ਕਰਦੇ ਪਏ ਹੋ। ਸਾਲਸਰਾਏ ਜੋਰੀ ਹਵੇਲੀ ਸੀ ਨਾ ਉਹਦੀ, ਇੱਥੇ ਆ ਜਿਹੜੀ ਬੇਨਤੀ ਦਾਸ ਕਹਿਣ ਲੱਗਾ ਹੈ, ਇਹ ਤੁਹਾਡੇ ਧੁਰ ਆਤਮਾ ਤੱਕ, ਹਿਰਦੇ ਦੇ ਤਲ ਤੱਕ ਬਚਨ ਜਾਣਗੇ ਜੇਕਰ ਭਾਈ ਅਧਰਕਾ ਬਣ ਕੇ ਗੁਰੂ ਦੇ ਪਿਆਰ ਵਿੱਚ ਆ ਬੋਲ ਸੁਣੋਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਲਸਰਾਏ ਪਹਿਲਾਂ ਗਿਆ ਸੀ ਗੁਰੂ ਸਾਹਿਬ ਕੋਲ, ਪਰ ਉਹਨੇ ਕਿਹਾ ਸੀ ਮਾਲਕ ਜੀ, ਜਿਹੜਾ ਹੀ ਰੰਗਤ, ਜਿਹੜਾ ਆਤਮਕ ਰਸ ਸਰੂਰ ਅਧਰਕੇ ਨੂੰ ਚਾੜਿਆ ਜੇ ਨਾ, ਮੇਰੀ ਝੋਲੀ ਵਿੱਚ ਪਾ ਖਾਂ ਖਸਮ ਜੀ। ਸਾਹਿਬ ਨੇ ਕਿਹਾ ਸੀ ਤੈਨੂੰ ਪਹਿਲਾਂ ਅਧਰਕੇ, ਇਸ ਨੌਕਰ ਸੀ ਜਿਹੜਾ ਸਾਲਸਰਾਏ ਜੋਰੀ ਦਾ, ਮੱਥਾ ਟੇਕਣਾ ਪਵੇਗਾ। ਬੜੀ ਵੱਡੀ ਗੱਲ ਹੋ ਗਈ। ਇੱਕ ਮਾਲਕ ਹੋਏ ਤੇ ਉਹਨੂੰ ਕਿਹਾ ਜਾਏ ਨੌਕਰ ਅੱਗੇ ਝੁਕ ਜਾ। ਗੁਰੂ ਨਾਨਕ ਸਾਹਿਬ ਅਸਲ ਵਿੱਚ ਉਹਦੀ ਖੰਗਤਾ ਦੀ ਦੀਵਾਰ ਤੋੜਨਾ ਚਾਹੁੰਦੇ ਸਨ। ਇਹ ਦੀਵਾਰ ਅੱਜ ਵੀ ਹੈ ਵਿੱਚ ਹਉਮੈ ਭੀਤ ਕਰਾਰੀ ਜੀਓ, ਸਾਡੇ ਸਾਰਿਆਂ ਵਿੱਚ ਹੈ। ਆਪਾਂ ਬਹੁਤੀ ਵਾਰ ਕਹਿੰਦੇ ਆ ਖਸਮ ਕੋਲ ਆਏ, ਗੁਰੂ ਗੋਬਿੰਦ ਸਿੰਘ ਦੇ ਤਖਤ ਤੇ ਆਏ, ਸਾਡੀ ਕਿਉਂ ਨਹੀਂ ਰਾਣੀ ਬਿਸੰਬਰਾ ਦੇਵੀ ਵਾਲੀ ਭਾਵਨਾ ਬਣੀ? ਸਾਡੀ ਕਿਉਂ ਨਹੀਂ ਸ਼ਿਵ ਦੱਤ ਵਾਲੀ ਭਾਵਨਾ ਬਣੀ? ਸਾਡੀ ਕਿਉਂ ਨਹੀਂ ਜਮਨਾ ਦੇਵੀ ਗੁਰਦੁਆਰਾ ਖਾਂਡੀ ਸਾਹਿਬ ਆਪ ਗਏ ਹੋ ਕੇ ਕਿਉਂ ਨਹੀਂ ਐਸੀ ਭਾਵਨਾ? ਕਲਗੀਧਰ ਬਾਪੂ ਇੱਕ ਵਾਰੀ ਕਹਿੰਦਾ, ਮਾਂ ਆ ਪਿਆਰ ਨਾਲ ਖਾਂਡੀ ਵਿੱਚ ਜਿਹੜੀ ਖਿਚੜੀ ਬਣੀ ਹੈ ਵਰਤਾਂ ਦੇ। ਹੁਣ ਕਲਗੀਧਰ ਬਾਪੂ ਦੀ ਨਜ਼ਰ ਪਈਏ ਨਾ, ਉਹ ਜਿੰਨੀ ਵੀ ਸੰਗਤ ਖੈ ਰੱਜ ਰੱਜ ਕੇ ਛਕਦੀ ਪਈਏ, ਉਹ ਖਾਂਡੀ ਵਿੱਚ ਉਹ ਖਿਚੜੀ ਮੁੱਕਦੀ ਹੋਈ ਨਹੀਂ ਪਈ। ਹੁਣ ਨਾ ਗੁਰੂ ਨਾਨਕ ਦੇ ਘਰ ਦੀਆਂ ਕਈ ਵਿਸਮਾਦ ਭਰੀਆਂ ਗੱਲਾਂ ਅੱਜ ਤਾਰਕਿਕ ਦ੍ਰਿਸ਼ਟੀ ਵਾਲੇ ਨੂੰ ਸਮਝ ਨਹੀਂ ਆਉਣਗੀਆਂ। ਮੈਂ ਕੱਲ ਵੀ ਸੋਚਣਾ ਪਿਆ ਸਾਂ, ਕੱਲ ਦਾਸ ਉੱਥੇ ਦਰਸ਼ਨ ਕਰਕੇ ਆਇਆ ਖਾਂਡੀ ਸਾਹਿਬ ਤੇ ਗਊ ਘਾਟ, 2 ਗੁਰਦੁਆਰੇ ਪਟਨਾ ਸਾਹਿਬ ਦੇ ਅੰਦਰ। ਵਿਚਾਰ ਚਲੋ ਇੱਧਰ ਚੱਲ ਪਈ ਅੱਜ। ਹੁਣ ਇੱਕ ਤਾਰਕਿਕ ਦ੍ਰਿਸ਼ਟੀ ਕਹੇਗੀ ਕਿ ਇੱਕ ਗਾਂ ਆ ਕੇ ਭਾਈ ਜੈਤਾ ਮੱਲ ਨੂੰ ਕਿਵੇਂ ਇਸ਼ਨਾਨ ਕਰਾ ਸਕਦੀ ਹੈ? ਪਰ ਚੇਤੇ ਰੱਖਿਆ ਜੇ ਸਿੱਖੋ, ਜਿਸ ਖਸਮ ਦੀ ਗੋਦ ਵਿੱਚ ਬੈਠੇ ਹੋ ਨਾ, ਇਸ ਮਾਲਕ ਦੇ ਘਰ ਦਾ ਇਹ ਬਿਰਦ ਖੈ, ਇਸ ਐਡੀ ਵੱਡੀ ਸ਼ਖਸੀਅਤ ਵਾਲੇ ਘਰ ਦੀ ਵਡਿਆਈ ਖੈ, ਇਹਦੇ ਮੁਖਾਰ ਬਿੰਦ ਤੋਂ ਜਿਹੜਾ ਵੀ ਬਚਨ ਨਿਕਲ ਜਾਏ, ਗੁਰ ਕਾ ਬਚਨ ਸਦਾ ਅਬਨਾਸੀ, ਗੁਰ ਕਾ ਬਚਨ ਅਟਲ ਅਛੇਦ, ਪੂਰੇ ਗੁਰੂ ਦਾ ਬਚਨ ਹੋ ਜਾਏ, ਦੁਨੀਆ ਵਿੱਚ ਕੋਈ ਤਾਕਤ ਹੀ ਨਹੀਂ ਉਸ ਬਚਨ ਨੂੰ ਰੋਕ ਸਕੇ। ਗੁਰੂ ਦੇ ਨਾਨਕ ਦਾਸ ਜੋ ਖਸਮ ਦੇ ਮੁਖਾਰ ਬਿੰਦ ਤੋਂ ਜਿਹੜੀ ਰਹਿਮਤ ਨਿਕਲ ਜਾਏ। ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, 9ਵੇਂ ਜਾਮੇ ਵਿੱਚ ਆਵਾਂਗੇ। ਉਹਨੇ ਕਿਹਾ, ਦਾਤਾਰ ਜੀ ਉਮਰ ਲੰਬੇਰੀ ਖੈ, ਆਪ ਕਿਰਪਾ ਕਰੋ, ਮੈਂ ਗੰਗਾ ਦੇ ਰੋਜ਼ ਕਿਵੇਂ ਦਰਸ਼ਨ ਕਵਾਂਗਾ? ਤੇ ਸਾਹਿਬ ਨੇ ਕਿਹਾ ਸੀ, ਗੰਗਾ ਆਪ ਚੱਲ ਕੇ ਤੈਨੂੰ ਦਰਸ਼ਨ ਇੱਥੇ ਇਸ਼ਨਾਨ ਕਰਾਇਆ ਕਰੇਗੀ। ਗਊ ਘਾਟ ਜਿਹੜੇ ਵੀ ਦਰਸ਼ਨ ਕਰਕੇ ਆਏ ਹੋ। ਹੁਣ ਇਹ ਗੱਲਾਂ ਨਾ ਕਈ ਵਾਰੀ ਸਾਨੂੰ ਤਾਂ ਨਹੀਂ ਬੁੱਧੀ ਦੇ ਤਲ ਤੇ ਸਮਝ ਆਉਂਦੀਆਂ, ਕਿਉਂਕਿ ਆਪਾਂ ਬੁੱਧੀ ਦੇ ਤਲ ਤੇ ਗੁਰੂ ਨੂੰ ਸਮਝਣ ਦਾ ਯਤਨ ਕਰਨੇ ਆ। ਮੈਂ ਕੱਲ ਵੀ ਕਥਾ ਵਿੱਚ ਇੱਕ ਇਸ਼ਾਰਾ ਕੀਤਾ ਸੀ ਸਥਾਨ ਤੇ, ਗੁਰੂ ਦੀ ਜਿਹੜੀ ਸ਼ਖਸੀਅਤ ਹੈ ਉਹ ਬੁੱਧੀ ਦੇ ਤਲ ਤੇ ਨਹੀਂ ਜੇ ਸਮਝ ਆ ਸਕਦੀ। ਹਿਰਦਾ ਤੁਹਾਡਾ ਪ੍ਰੇਮ ਰੂਪੀ ਸ਼ਰਧਾ ਵਿੱਚ ਭਿੱਜ ਜਾਏ, ਕਿਉਂਕਿ ਆਗਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਕੋਏ, ਸੁਨ ਮੀਤਾ ਨਾਨਕ ਸਾਧ ਜਨਾਂ ਕੀ ਅਚਰਜ। ਵਿਸਮਾਦ ਹੈਰਾਨ ਕਰਨ ਵਾਲੀ ਮਾਲਕ ਦੇ ਕੌਤਕ ਨੇ। ਤੇ ਮੈਂ ਕੱਲ ਸੋਚ ਰਿਹਾ ਸਾਂ, ਵਾਹ ਗੁਰੂ ਨਾਨਕ, ਤੁਸੀਂ 20 ਰੁਪਈਆਂ ਦਾ ਲੰਗਰ ਅੱਜ ਤੱਕ ਵਰਤਦਾ ਪਿਆ ਏ। ਕਲਗੀਧਰ ਬਾਪੂ, ਤੂੰ ਉਸ ਮਾਤਾ ਨੂੰ ਖਿਚੜੀ ਦੇ ਪਰਥਾਏ ਜਿਹੜੇ ਬੋਲ ਕਹੇ ਨਾ, ਕਿੰਨੇ ਸਾਲ ਹੋ ਗਏ ਸੰਗਤਾਂ ਜਾਂਦੀਆਂ ਨੇ, ਉੱਥੋਂ ਰਹਿਮਤਾਂ ਪ੍ਰਾਪਤ ਕਰਦੀਆਂ ਨੇ, ਤੇ ਰਹਿੰਦੀ ਦੁਨੀਆ ਤੱਕ ਐ ਕਲਗੀਧਰ ਬਾਪੂ ਤੇਰਾ ਬਚਨ ਹੋਇਆ, ਉਸ ਅਸਥਾਨ ਤੇ ਉਹ ਖਿਚੜੀ ਦੀ ਰਹਿਮਤ ਵਰਤਦੀ ਹੋਈ ਰਹਿਣੀ ਹੈ। ਜਿੱਥੇ ਬਾਪੂ ਦੇ ਰਹਿਮਤ ਵਰਤ ਜਾਏ, ਰੋਹ ਵਿਚਾਰ, ਸਤਿਗੁਰੂ ਦਇਆ ਦ੍ਰਿਸ਼ਟੀ ਕਰੇ। ਸਿੱਖੋ,
ਆਪਾਂ ਸ਼੍ਰੀ ਮੁਖ ਵਾਕ ਦੀ ਜੋ ਅੱਜ ਰਹਿਮਤ ਹੋਈ ਅੰਮ੍ਰਿਤ ਵੇਲੇ, ਮਾਲਕ ਜੀ ਕਹਿੰਦੇ ਨੇ ਤੂੰ ਦਾਤਾ ਨਾਮ ਪਰਵਾਨ। ਦਾਤਾ ਜੀ ਤੇ ਸਾਹਿਬ ਕਹਿੰਦੇ ਨੇ ਦਤਾਰ ਕੋਲੋਂ ਕੇਵਲ ਖਡੋਣੇ ਨਾ ਮੰਗਿਆ ਕਰੋ, ਪਦਾਰਥ ਖਡੋਣੇ ਨੇ। ਕਦੀ ਇਹ ਸੁੱਖਾਂ ਵਿੱਚ, ਕਈ ਵਾਰੀ ਦੁੱਖਾਂ ਵਿੱਚ ਤਬਦੀਲ ਹੋ ਜਾਂਦੇ ਨੇ। ਸਾਹਿਬ ਕਹਿੰਦੇ ਨੇ ਅੱਜ ਮੇਰੇ ਕੋਲ ਆਇਆ, ਮੇਰਿਆ ਧੀਓ, ਮੇਰਿਓ ਪੁੱਤਰੋ, ਅੱਜ ਕਿਤੇ ਮੇਰੇ ਪਿਆਰ ਨੂੰ ਮੰਗ ਕੇ ਜਾ। ਕਲਗੀਧਰ ਦੇ ਜਾਪ ਸਾਹਿਬ ਦੀ ਕਿਤੇ ਰਹਿਮਤ ਮੰਗ ਕੇ ਜਾ। ਸਵਈਏ ਚੌਪਈ ਆਨੰਦ ਸਾਹਿਬ ਦੀ ਰਹਿਮਤ ਮੰਗ ਕੇ ਜਾ। ਬਾਪੂ ਕੋਲੋਂ ਕਿਤੇ ਚੌਪਈ ਸਾਹਿਬ ਤੇਰੇ ਜੀਵਨ ਦਾ ਸ਼ਿੰਗਾਰ ਬਣ ਜਾਏ, ਇਹ ਰਹਿਮਤ ਮੰਗ ਕੇ ਜਾ। ਜਦੋਂ ਬਾਪੂ ਦੀ ਬਾਣੀ ਆ ਗਈ ਨਾ, ਬਾਪੂ ਦਾ ਨਾਮ ਆ ਗਿਆ, ਚੇਤੇ ਰੱਖੀ ਤੈਨੂੰ ਮੰਗਣ ਦੀ ਵੀ ਲੋੜ ਨਹੀਂ ਪਵੇਗੀ। ਤੇਰੇ ਖਿਰਦੇ ਦੀ ਚਿਤਵਨੀ ਤੋਂ ਪਹਿਲਾਂ ਗੁਰੂ ਤੇਰੀ ਮੰਗ ਪੂਰੀ ਕਰ ਦੇਵੇਗਾ। ਤਾਂ ਹੀ ਮੇਰੇ ਸਾਹਿਬ ਨੇ ਕਿਹਾ ਨਾ, ਮੰਮਾ ਮੰਗਨ ਖਾਰ ਇਹ ਆਨਾ, ਦੇਵਨ ਖਾਰ ਦੇ ਰਹਿਓ ਸੁਜਾਨਾ। ਮੰਗਨ ਮੰਗ ਤਾਂ ਇੱਕ ਹੈ, ਮੰਗ ਨਾਨਕ ਜਾਤੇ ਪਰਹਿ ਪਰਾਗ। ਸਤਿਗੁਰ ਵੀ ਚਾਹੁੰਦੇ ਨੇ ਸਿੱਖੋ ਮੇਰੇ ਕੋਲ ਆਉਂਦੇ ਆ ਤਾਂ ਮੇਰੀ ਤਾਂ ਖਵੈਸ਼ ਰੱਖੋ ਨਾ। ਕਿੰਨੇ ਕੁ ਨੇ, ਮੈਂ ਕੱਲ ਵੀ ਇੱਕ ਇਸ਼ਾਰਾ ਕੀਤਾ ਸੀ, ਕਿੰਨੇ ਕੁ ਨੇ ਇਮਾਨਦਾਰੀ ਨਾਲ ਅਲਾਂਸਿਸ ਕਰਿਆ ਜੇ ਆਪਣੇ ਖਿਰਦੇ ਤੋਂ। ਕਿੰਨੇ ਕੁ ਭਾਗਾਂ ਵਾਲੇ ਨੇ ਜਿਹੜੇ ਗੁਰੂ ਕੋਲ ਆ ਕੇ ਗੁਰੂ ਦੇ ਬ੍ਰਹਮ ਗਿਆਨ ਦੀ ਚਾਹਤ ਰੱਖਦੇ ਨੇ, ਗੁਰੂ ਕੋਲ ਆ ਕੇ ਗੁਰੂ ਦੀ ਗੁਰਮਤ ਦੀ ਚਾਹਤ ਰੱਖਦੇ ਨੇ, ਗੁਰੂ ਕੋਲ ਆ ਕੇ ਗੁਰੂ ਦੀ ਬਾਣੀ ਨਾਮ ਦੀ ਰਹਿਮਤ ਮੰਗਦੇ ਨੇ। ਪੋਟਿਆਂ ਤੇ ਗਿਣਨ ਵਾਲੇ ਹੋਣਗੇ। ਸਿੱਖੋ ਇਹ ਸਭ ਤੋਂ ਸਿਰਮੋਰਖ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹਦੇ ਲਈ ਸਾਹਿਬ ਕਹਿੰਦੇ ਨੇ ਅੱਜ ਜਿਹੜਾ ਬਚਨਾ ਤੂੰ ਦਾਤਾ ਦਤਾਰਖ ਹੈ, ਨਾਮ ਪਰਵਾਨ, ਪ੍ਰਮਾਣੀਕ ਹੈ, ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। ਇਹਦੇ ਲਈ ਸਾਹਿਬ ਕਹਿੰਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਇਸ ਤਰ੍ਹਾਂ ਜਦੋਂ ਕੋਈ ਮੰਗਦਾ ਹੈ ਨਾ, ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆ ਕਲਾ ਵਰਤ ਜੀ, ਆ ਅਜਮਤ ਵਰਤਦੀ ਹੈ, ਆ ਪ੍ਰਤੱਖ ਕਰਾਂ ਮਹਾਤੋ ਦੇ ਜੀਵਨ ਵਿੱਚ ਵਰਤਦੀ ਹੈ। ਕਿਹੜੀ? ਆਪੇ ਸ਼ਬਦ ਆਪੇ ਨਿਸ਼ਾਨ। ਸਾਹਿਬ ਕਹਿੰਦੇ ਨੇ ਫਿਰ ਉਹਦਾ ਅੰਤਿਸ਼ ਕਰਨ ਦੇ ਅੰਦਰੋਂ ਜਦੋਂ ਨਾਮ ਦੀ ਚਰਨਾਹਟ ਉੱਠਦੀ ਹੈ ਨਾ, ਜਦੋਂ ਅਜੱਪਾ ਜਾਪ ਚੱਲਦਾ ਹੈ, ਜਦੋਂ ਜ਼ਬਾਨ ਤੋਂ ਬਿਨਾਂ ਵੀ ਗੁਰੂ ਗੁਰੂ ਦੀ ਰੋਹ ਨਿਕਲਦੀ ਏ, ਦਤਾਰ ਜੀ ਕਹਿੰਦੇ ਨੇ ਫਿਰ ਉਹਦਾ ਅੰਦਰ ਗਾਹ ਉੱਠਦਾ ਹੈ, ਵਾਹ ਮਾਲਕਾ ਤੂੰ ਆਪੇ ਹੀ ਬ੍ਰਹਮ ਸਰੂਪ ਹੈ, ਆਪ ਹੀ ਸ਼ਬਦ ਸਰੂਪ ਹੈ, ਆਪ ਹੀ ਉਪਦੇਸ਼ਕ ਹੈ, ਆਪ ਹੀ ਮਾਲਕ ਜੀ ਨਿਸ਼ਾਨ, ਆਪ ਹੀ ਮੇਰੇ ਖਿਰਦੇ ਵਿੱਚ ਲੇਖ ਬਦਲਣ ਦੀ ਸਮਰੱਥਾ ਰੱਖਦਾ ਹੈ, ਆਪ ਹੀ ਨਾਮ ਦੀ ਪਰਵਾਨਾ ਦੇ ਕੇ ਦਰਗਾਹ ਵਿੱਚ ਮੁਖ ਉਜਲਾ ਕਰਾਉਣ ਵਾਲਾ ਹੈ। ਆਪੇ ਸੁਰਤਾ ਆਪੇ ਜਾਨ, ਆਪ ਹੀ ਸਰਵਣ ਮੰਨਣ ਨਿਧਿਆਸਣ, ਸ਼ਰਧਾ ਸਰੂਪ ਹੋ ਕੇ ਆਪ ਹੀ ਸਰੋਤਾ ਬਣ ਕੇ ਸੁਣਨਾ ਪਿਆ ਹੈ। ਤੇ ਸਾਹਿਬ ਕਹਿੰਦੇ ਨੇ ਤੂੰ ਕਰ ਕਰ, ਉਹ ਆਪ ਹੀ ਸਾਰਿਆਂ ਵਿੱਚ ਵਰਤਣ ਵਾਲਾ ਹੈ, ਆਪੇ ਕਰ ਕਰ ਵੇਖੈ ਤਾਣ। ਰਚਨਾ ਰਚੀ ਇਹਨਾਂ ਨੇ, ਬਣਾਉਣ ਵਾਲਾ ਕੌਣ ਹੈ? ਤੁਹਾਨੂੰ ਜਿੰਨੇ ਵੀ ਆਏ ਹੋ ਉਹਦੀ ਪ੍ਰਬਲ ਜੋਤ ਅੰਦਰ ਵਰਤਦੀ ਪਈ ਹੈ, ਤੁਹਾਡਾ ਮਾਨ ਸਤਿਕਾਰ ਹੈ। ਜਿੱਦਨ ਉਹ ਨਹੀਂ, ਤੁਹਾਨੂੰ ਪੁੱਛਣ ਵਾਲਾ ਵੀ ਕੋਈ ਨਹੀਂ। ਇਹ ਸ਼ਰੀਰਾ ਮੇਰਿਆ ਕਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਸਾਹਿਬ ਕਹਿੰਦੇ ਨੇ ਫਿਰ ਭਾਈ ਇਹ ਖਸਮ ਕੋਲੋਂ ਕਿਵੇਂ ਨਿਆਮਤ ਮਿਲਦੀ ਏ? ਐਸਾ ਨਾਮ ਨਿਰੰਜਨ ਦਿਓ ਸ਼ੁੱਧ ਸਰੂਪ। ਵੈਸੇ ਸਿੱਖੀ ਦਾ ਮਾਰਗ ਹੀ ਇਹ ਵੇ, ਅੱਗੇ ਜਿਹੜੇ ਅੱਜ ਦੀ ਵਿਚਾਰ ਚੱਲੇਗੀ, ਮਲੀਨਤਾ ਦੇ ਵਿੱਚੋਂ ਨਿਕਲ ਕੇ ਕਿਤੇ ਆਪੇ ਸ਼ੁੱਧ ਸਰੂਪ ਵਿੱਚ ਲੀਨ ਹੋ ਜਾਣਾ। ਮਨ ਤੋਂ ਜੋਤ ਸਰੂਪ ਜਿਹੜਾ ਕਨਸੈਪਟ ਹੈ, ਸਾਹਿਬ ਕਹਿੰਦੇ ਨੇ ਨਾਮ ਹੈ ਐਸੀ ਕਲਾ ਵਰਤਾ ਦਿੰਦਾ, ਕਿਉਂਕਿ ਨਾਮ ਸ਼ੁੱਧ ਸਰੂਪ ਮਾਇਆ ਦੀ ਕਾਲਖ ਤੋਂ ਪਰੇ ਹੈ, ਪ੍ਰਕਾਸ਼ ਰੂਪ ਹੈ ਜੀ।
ਨਿਰੰਜਨ ਦਿਓ ਹਉ ਜਾਚਕ। ਮਾਲਕ ਜੀ ਜਾਚਕ ਆ, ਸਾਡੀ ਝੋਲੀ ਵਿੱਚ ਦਾਨ ਪਾਓ। ਆਓ ਮੰਗੋ ਖਾਂ ਸਾਰੇ, ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਬੈਠੇ ਹੋ, ਸਾਰੇ ਤਰਲਾ ਲਵੋ। ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰੋ, ਆਪ ਜੀ ਨੇ ਅੰਮ੍ਰਿਤ ਵੇਲੇ ਆਸੀਸ ਬਖਸ਼ੀਏ, ਅਸੀਂ ਮੰਗਣ ਆਇਆ, ਕਿਰਪਾ ਕਰੋ ਸਾਡੇ ਜੀਵਨ ਦਾ ਆਧਾਰ ਬਣ ਜਾਏ ਕਿ ਨਾਮ ਮਿਲੇ ਤਾਂ ਜੀਵਾਂ। ਮਾਲਕ ਜੀ ਕਿਰਪਾ ਕਰੋ। ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ, ਦੇਵੋ ਖਰ ਨਾਮ ਸਾਧ ਜਨਾਂ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਆਓ ਸਾਰੇ ਅਰਦਾਸ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ। ਸਤਿਗੁਰੂ ਸਾਹਮਣੇ ਚੋਜੀ ਪ੍ਰੀਤਮ ਤਖਤ ਤੇ ਬੈਠਾ ਜੇ, ਸਾਨੂੰ ਸਾਰਿਆਂ ਨੂੰ ਵੇਖਦਾ ਪਿਆ ਏ। ਮੰਗਤੇ ਬਣ ਕੇ ਆਓ, ਮੰਗ ਕੇ ਜਾਓ ਖਸਮ ਕੋਲੋਂ। ਨਾਮ ਮਿਲੈ ਤਾਂ ਜੀਵਾਂ, ਨਾਨਕ ਨਾਮ ਮਿਲੈ। ਨਾਮ ਮਿਲੈ ਤਾਂ ਜੀਵਾਂ, ਨਾਨਕ ਨਾਮ ਮਿਲੈ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ। ਨਾਨਕ ਨਾਮ ਮਿਲ ਜੀਵਾ, ਨਾਨਕ ਨਾਮ ਮਿਲੈ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਭਾਈ ਵੀਰ ਸਿੰਘ ਜੀ ਕਿਹਾ ਕਰਦੇ ਸਨ, ਸਿੱਖੋ ਗੁਰੂ ਕੋਲ ਜਦੋਂ ਗੁਰੂ ਦੀ ਨਿਆਮਤ ਮੰਗਦੇ ਹੋ ਨਾ, ਜ਼ਰੂਰ ਇਹਦੇ ਅੱਗੇ ਇਹ ਵੀ ਮੰਗ ਰੱਖਿਆ ਕਰੋ, ਖਸਮ ਜੀ ਨਾਮ ਝੋਲੀ ਵਿੱਚ ਪਾਉਣ ਲੱਗਾ, ਨਾਮ ਦੀ ਬਰਕਤ ਪਾਉਣ ਲੱਗਾ। ਨਾਮ ਤਾਂ ਪੰਜਾਂ ਨੇ ਦੇ ਦਿੱਤਾ ਸੀ, ਬਰਕਤ ਮੰਗਣਿਆ ਨਾਮ ਵਿੱਚ ਬਰਕਤ ਬਣੇ। ਤੇ ਭਾਈ ਵੀਰ ਸਿੰਘ ਗੁਰਮੁਖ ਸਿੱਖਿਆ ਵਿੱਚ ਕਹਿੰਦੇ ਹੁੰਦੇ ਸਨ, ਜਪਣ ਲੱਗੇ ਹੋ ਤੇ ਇਹਦੇ ਅੱਗੇ ਅਰਦਾਸ ਕਰੋ, ਗੁਰੂ ਗੋਬਿੰਦ ਸਿੰਘ ਜੀ ਜਦੋਂ ਜਾਪਣੇ ਆ ਉਦੋਂ ਨਾਮੀ ਦੀ ਖੋਂਦ ਸਵੀਕਾਰ ਕਰਕੇ ਨਾਮ ਵਿੱਚ ਵਿਆਹ ਕਰੀਏ। ਬੜੀ ਵੱਡੀ ਖੇਡ ਹੈ ਜੀ। ਬਾਬਾ ਅਤਰ ਸਿੰਘ ਮਹਾਰਾਜ ਕਿਆ ਕਰਦੇ ਸਨ, 3 ਗੱਲਾਂ ਕਦੀ ਨਾ ਭੁੱਲੋ ਜੀਵਨ ਵਿੱਚ। ਜਦੋਂ ਵੀ ਗੁਟਕਾ ਸਾਹਿਬ ਹੱਥ ਵਿੱਚ ਮੰਗ ਕੇ ਜਾਇਆ ਜੇ, ਗੁਰੂ ਸਾਹਿਬ ਘਰ ਵਿੱਚ ਹੁਣ ਤੇਰਾ ਨਿਤ ਨੇਮ ਨਾ ਵਿਸਰੇ। ਲਾਓ ਜੋਤ ਗੁਰੂ ਗੋਬਿੰਦ ਸਿੰਘ ਦੇ ਜਾਪ ਸਾਹਿਬ ਦੀ। ਤੇ ਕਹਿਣ ਲੱਗੇ ਸਭ ਤੋਂ ਪਹਿਲਾ ਬਚਨ ਉਹਦੀ ਕਾਰ ਖਿੱਚੋ, ਰਾਮ ਕਾਰ ਖਿੱਚੋ, ਗੁਰੂ ਨਾਨਕ ਸਾਹਿਬ ਹਾਜ਼ਰ ਹੋਵੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਰਗੁਣ ਰੂਪ ਕਰਕੇ ਆਪ ਜੀ ਨੂੰ ਹਾਜ਼ਰ ਮੰਨ ਕੇ ਆਪ ਜੀ ਦਾ ਜਾਪ ਸਾਹਿਬ ਪੜਨ ਲੱਗਾ। ਤੇ ਭਾਵਨਾ ਨਾਲ ਪੜੋਗੇ, ਯਾਦ ਰੱਖਿਆ ਜੇ ਗੁਰੂ ਗੋਬਿੰਦ ਸਿੰਘ ਦਾ ਨਿਰਗੁਣ ਸਰੂਪ ਸਾਹਮਣੇ ਬਹਿ ਕੇ ਤੁਹਾਡੇ ਤੋਂ ਜਾਪ ਸਾਹਿਬ ਸੁਣੇਗਾ। ਜਪੋ ਤਾਂ ਸਹੀ ਸਿੱਖੋ, ਕਮਾਈ ਤਾਂ ਕਰੋ ਇਸ ਨਾਮ ਦੀ। ਸਾਹਿਬ ਕਹਿੰਦੇ ਨੇ ਰੋ ਵਿਚਾਰ ਆਓ, ਸਮਾਂ ਅੱਗੇ ਜਾ ਰਿਹਾ ਹੈ, ਆਪਾਂ ਲੜੀਵਾਰ ਗੁਰ ਸ਼ਬਦ ਵਿਚਾਰ ਜ਼ਰੂਰ ਸਾਧ ਸੰਗਤ, ਕਿਉਂਕਿ ਵਿਚਾਰਾਂ ਜਿੰਨੀਆਂ ਅੱਗੇ ਮਾਲਕ ਦੀ ਖਸਮ ਦੀ ਵਡਿਆਈ ਅੱਜ ਤੱਕ ਕਿੰਨੇ ਖੋਏ ਕਰਦੇ ਚਲੇ ਗਏ, ਇਹ ਅਕਥ ਹੈ। ਸਤਿਗੁਰ ਕਿਰਪਾ ਕਰੇ ਅੱਜ ਜਿਹੜੀ ਰਹਿਮਤ ਗੁਰੂ ਨਾਨਕ ਸਾਹਿਬ ਨੇ ਵਰਤਾਈ ਹੈ, ਐਸਾ ਨਾਮ ਨਿਰੰਜਨ ਦਿਓ ਹਉ ਜਾਚਕ ਤੂੰ ਅਲਖ ਅਪਿਓ। ਸਾਡੀ ਝੋਲੀ ਵਿੱਚ ਦਾਤ ਪਾਓ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦਾ ਮੁਬਾਰਕ ਅੰਗ ਹੈ 236, ਗੌੜੀ ਰਾਗ ਜੋ ਲੜੀਵਾਰ ਪ੍ਰਕਰਨ ਚੱਲਦਾ ਪਿਆ ਹੈ।
ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਬਾਨੀ, ਪ੍ਰਤੱਖ ਹਰ ਮਾਲਕ ਜੀ ਰਹਿਮਤ ਕਰਦੇ ਖਨ। ਗੁਰ ਕਾ ਸ਼ਬਦ ਰਿਦ ਅੰਤਰ ਤਾਰੈ। ਸਭ ਕਹਿੰਦੇ ਨੇ ਗੁਰੂ ਦਾ ਸ਼ਬਦ। ਸ਼ਬਦ ਦੇ ਵੈਸੇ ਭਾਈ ਕਾਨ ਸਿੰਘ ਨਾਭਾ ਨੇ ਨਾ, ਅੱਜ ਵੀ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ, ਆਪੇ ਸ਼ਬਦ ਆਪੇ ਨਿਸ਼ਾਨ, ਇਹਦੇ ਕਦੀ ਮਹਾਨ ਕੋਸ਼ ਵਿੱਚ ਅਰਥ ਪੜੋ, 10 ਅਰਥ ਕੀਤੇ ਨੇ ਉਸ ਵਿਦਵਾਨ ਪੁਰਸ਼ ਨੇ। ਉਪਦੇਸ਼ ਰੂਪ ਹੈ ਸ਼ਬਦ, ਗਿਆਨ ਸਰੂਪ ਹੈ, ਬ੍ਰਹਮ ਸਰੂਪ ਹੈ, ਅੰਦਰ ਨੂੰ ਰੁਸ਼ਨਾਉਣ ਵਾਲਾ ਹੈ, ਅੰਦਰ ਨੂੰ ਤ੍ਰਿਪਤੀ ਕਰਾਉਣ ਵਾਲਾ ਹੈ, ਅੰਦਰ ਵਿਕਾਰਾਂ ਦੀ ਜੰਜੀਰਾਂ ਨੂੰ ਤੋੜਨ ਵਾਲਾ ਹੈ। ਪਹਿਲਾ ਬਾਣੀ ਰੂਪ ਸ਼ਬਦ ਹੈ। ਜਦੋਂ ਸਾਧ ਸੰਗਤ ਬਾਣੀ ਦਾ ਅਭਿਆਸ ਹੋਏਗਾ ਨਾ, ਫਿਰ ਇੱਕ ਦਿਨ ਨਾਮ ਦੀ ਰੌਂ ਚੱਲਦੀ ਹੈ। ਇਹ ਸਾਰੀ ਗੁਰ ਕਾ ਸ਼ਬਦ ਰਿੱਧ, ਰਿੱਧ ਕਹਿੰਦੇ ਨੇ ਖਿਰਦੇ ਨੂੰ। ਤੇ ਕੱਲ ਵੀ ਦਾਸ ਨੇ ਇਸ਼ਾਰਾ ਕੀਤਾ ਸੀ, ਜਿਹੜੀ ਸ਼ਬਦ ਦੀ ਵਡਿਆਈ ਹੈ, ਇਹ ਖਿਰਦੇ ਦੀ ਖੇਡ ਹੈ। ਅੱਜ ਬੌਧਿਕ ਤਲ ਤੇ ਜਿਉਣ ਵਾਲੇ, ਕਿਤਾਬੀ ਗਿਆਨ ਰੱਖਣ ਵਾਲੇ, ਉਹ ਇਹਨੂੰ ਸਾਧ ਸੰਗਤ ਕੇਵਲ ਬੁੱਧ ਤੱਕ ਸੀਮਤ ਰੱਖ ਪਏ। ਤਾਂ ਹੀ ਤਾਂ ਇੰਨਾ ਬਖੇੜੇ ਨੇ। ਕੋਈ ਕਿਸ ਤਰ੍ਹਾਂ, ਕਿਉਂਕਿ ਆਪਣੀ ਮੱਤ ਦੀ ਐਨਕ ਲਾ ਕੇ ਗੁਰੂ ਨੂੰ ਸਾਧ ਸੰਗਤ ਦੱਸਣਾ ਚਾਹੁੰਦੇ ਨਾ, ਵਡਿਆਈ ਕਰਨਾ ਚਾਹੁੰਦੇ ਨੇ, ਹੋ ਹੀ ਨਹੀਂ ਸਕੇਗੀ। ਤਾਂ ਗੁਰੂ ਦੀ ਮੱਤ ਦੀ ਐਨਕ ਲਾਓ ਤੇ ਖਿਰਦੇ ਦੇ ਤਲ ਤੇ ਬਹਿ ਕੇ ਜਦੋਂ ਕੋਈ ਗੁਰੂ ਦੇ ਨਾਮ ਦੀ ਕਣੀ ਖਿਰਦੇ ਦਾ ਸ਼ਿੰਗਾਰ ਬਣਦੀ ਹੈ ਨਾ, ਕਿਉਂਕਿ ਸਾਹਿਬ ਜੀ ਬਾਣੀ ਵਿੱਚ ਬੜੇ ਇਸ਼ਾਰੇ ਕਰਦੇ ਨੇ। ਮਾਲਕ ਜੀ ਕਹਿੰਦੇ ਨੇ, ਕਿਰਪਾ ਕਰੋ ਮਾਲਕ ਜੀ, ਮੋਰਾ ਖਿਰਦੈ ਬਸੋ ਗੋਪਾਲ, ਰਸ ਰਸ ਗੁਣ ਗਾਵੋ ਠਾਕੁਰ ਕੇ। ਮਾਲਕ ਜੀ ਮੇਰੇ ਖਿਰਦੇ ਵਿੱਚ ਵਾਸ ਕਰੋ। ਉਹ ਖਿਰਦੇ ਦੇ ਤਲ ਤੇ ਵਸਦਾ ਹੈ। ਤੇ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ, ਭਾਈ ਗੁਰ ਕਾ ਸ਼ਬਦ ਰਿਦ ਅੰਤਰ ਤਾਰੇ। ਪੰਚ ਜਨਾ ਸਿਓ ਸੰਗ ਨਿਵਾਰੈ। ਫਿਰ ਕਿਹੜੀ ਬਰਕਤ ਮਿਲੇਗੀ ਜੀ? ਕੀ ਹਾਸਲ ਹੋਏਗਾ? ਕੀ ਪ੍ਰਾਪਤੀ? ਸਾਹਿਬ ਕਹਿੰਦੇ ਨੇ ਪੰਜ ਜਨਾ ਸਿਓ ਸੰਗ ਨਿਵਾਰੈ। ਕੁੱਲ ਆਲਮ, ਜਿੰਨੀ ਵੀ ਸ੍ਰਿਸ਼ਟੀ ਵਿੱਚ ਮਨੁੱਖਾ ਦੇਹੀ ਧਾਰ ਕੇ ਜੀਵ ਆਏ ਨੇ, ਇਹਨਾਂ ਪੰਜਾਂ ਦੇ ਅਧੀਨ ਹੋ ਕੇ, ਇਹਨਾਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਪੈ ਕੇ ਦੁਨੀਆ ਖੁਆਰ ਪੀ ਖੁੰਦੀ ਹੈ। ਕੋਈ ਵਿਸ਼ਈ ਬਣਿਆ ਬੈਠਾ ਹੈ, ਕੋਈ ਸ਼ਰਾਬੀ ਬਣਿਆ ਬੈਠਾ ਹੈ, ਕੋਈ ਵਿਕਾਰੀ ਬਣਿਆ ਬੈਠਾ ਹੈ, ਕੋਈ ਕਿਰਦਾਰ ਤੋਂ ਡਿੱਗਿਆ ਬੈਠਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਕਿਰਪਾ ਕਰਦੇ ਨੇ, ਸਿਖਾ ਇਸ ਸ਼ਬਦ ਨੂੰ ਅੰਦਰ ਥਾਂ ਦੇ। ਜੋ ਭਾਈ ਤਾਰੂ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਨੇ 4 ਦਾਤਾਂ ਨਾਲ ਨਿਵਾਜਿਆ ਸੀ ਨਾ, ਅੱਜ ਉਹੀ ਗੁਰੂ ਗੋਬਿੰਦ ਸਿੰਘ ਤਖਤ ਤੇ ਹਾਜ਼ਰ ਹੈ। ਤੇਰੀ ਝੋਲੀ ਵਿੱਚ ਵੀ 4 ਨਿਆਮਤਾਂ ਪਾ ਕੇ ਤੇਰੇ ਆਤਮਿਕ ਜੀਵਨ ਨੂੰ ਸ਼ਿੰਗਾਰ ਦੇਵੇਗਾ। ਆਖੋ ਸਤਨਾਮ। ਕਿਹੜੀਆਂ ਨਿਆਮਤਾਂ ਜੀ? ਗੁਫਤਾਰ, ਰਫਤਾਰ, ਕਿਰਦਾਰ ਅਤੇ ਦਸਤਾਰ। ਸਮਾਂ ਨਹੀਂ ਮੈਂ ਇਹਦੀ ਵਿਚਾਰ ਅੱਗੇ ਚੱਲ ਸਕੇ। ਸਾਧ ਸੰਗਤ ਗੁਰੂ ਜਦੋਂ ਬਖਸ਼ਿਸ਼ ਦੇ ਘਰ ਵਿੱਚ ਨਾਮ ਦੀ ਖਿਰਦੇ ਵਿੱਚ ਦਾਤ ਟਿਕਾਉਂਦਾ ਹੈ ਨਾ, ਫਿਰ ਸਿੱਖ ਇਹਨਾਂ ਪੰਜਾਂ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ। ਦੁਨੀਆ ਇਹਦੀ ਗੁਲਾਮੀ ਵਿੱਚ ਜਿਉਂਦੀ ਏ, ਪਰ ਗੁਰੂ ਗੋਬਿੰਦ ਸਿੰਘ ਦਾ ਸਜਿਆ ਖੋਇਆ ਖਾਲਸਾ ਇਹਨਾਂ ਨੂੰ ਗੁਲਾਮ ਬਣਾ ਕੇ ਇਹਨਾਂ ਦੀ ਵਰਤੋਂ ਕਰਦਾ ਹੈ। ਤੇਰੀ ਸਰਣ ਤੇ ਰਹਿ ਪਰਵਾਸੈ, ਪੰਜ ਦੁਸ਼ਟ ਲੈ ਸਾਧੈ। ਉਹ ਸਾਧ ਲੈਂਦੇ ਨੇ। ਇਸ ਤਰ੍ਹਾਂ ਸਾਹਿਬ ਕਹਿੰਦੇ ਨੇ ਸੰਗ ਨਿਵਾਰੈ। ਤੇ ਇਹਦੇ ਸਾਧ ਸੰਗਤ ਅੱਗੇ ਜਿਹੜੇ ਸ਼ਬਦ, ਸਪਰਸ਼, ਰੂਪ, ਗੰਧ, ਇਹ ਜਿਹੜੇ ਵਿਸ਼ੇ ਨੇ, ਇਹਨਾਂ ਨੂੰ ਵੀ ਭਾਈ ਸਿੱਖ ਕੰਟਰੋਲ ਕਰ ਲੈਂਦਾ ਹੈ। ਭਾਵ ਇਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਹੁਣ ਉੱਚਾ ਸੁੱਚਾ ਕਿਰਦਾਰ ਦਾ ਧਾਰਨੀ ਬਣ ਕੇ ਉਹ ਜਗਤ ਵਿੱਚ ਮਾਣ ਪਾਉਂਦਾ। 10 ਇੰਦਰੀ ਕਰੇ ਰਾਖੈ ਬਾਸ। ਇਸੇ ਤਰ੍ਹਾਂ ਸ਼ਬਦ ਦੀ ਇੱਕ ਹੋਰ ਬਰਕਤ ਹੈ। ਗੁਰ ਕਾ ਸ਼ਬਦ ਰਿਦ ਅੰਤਰ ਤਾਰ ਹੈ। 10 ਇੰਦਰੀ, 5 ਗਿਆਨ ਇੰਦਰੇ, 5 ਕਰਮ ਇੰਦਰੇ। ਮੈਂ ਸੰਖੇ ਮਾਤਰ। ਫਿਰ ਜਦੋਂ ਹੁਣ ਗੁਰੂ ਦੇ ਸ਼ਬਦ ਦੀ ਕਲਾ ਵਰਤੀ ਨਾ, ਗੁਰਮਤ ਖਿਰਦੇ ਦਾ ਸ਼ਿੰਗਾਰ ਬਣ ਗਈ। ਤੇ ਸਾਹਿਬ ਕਹਿੰਦੇ ਨੇ ਹੁਣ ਇਹ ਅੱਖਾਂ
ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਕੇ ਤ੍ਰਿਪਤ ਹੋ ਜਾਂਦੀਆਂ ਨੇ, ਪਹਿਲਾਂ ਨਹੀਂ ਸਨ ਹੁੰਦੀਆਂ। ਇੱਥੇ ਵੀ ਦਰਸ਼ਨ ਕਰਦੀਆਂ ਨੇ ਤੇ ਬਾਹਰ ਜਾ ਕੇ ਪਰਾਇਆ ਤਨ ਪਰਾਇਆ ਧਨ ਵੇਖ ਕੇ ਇਹ ਖਵਾਰ ਵੀ ਹੁੰਦੀਆਂ ਨੇ। ਇਹ ਕੰਨ ਖਵਾਰ ਪਏ ਹੁੰਦੇ ਨੇ। ਤੇ ਸਾਧ ਸੰਗਤ, ਮੈਂ ਵਿਚਾਰ ਚੱਲਦਿਆਂ ਬੇਨਤੀ ਜ਼ਰੂਰ ਕਰਾਂ, ਸੁਖਿਰਦਤਾ ਨਾਲ ਆ ਬਚਨ ਪ੍ਰਵਾਨ ਕਰਿਆ ਜੇ। ਦਾਸ 2-3 ਦਿਨ ਹੋ ਗਏ ਇੱਥੇ ਆਏ ਨੂੰ, ਬਹੁਤਾਂਤ ਰੂਪ ਵਿੱਚ ਮੇਰੀ ਬੇਨਤੀ ਹੈ, ਤਖਤ ਸਾਹਿਬ ਆਏ ਆ, ਮਤਾ ਕਿਤੇ ਮਨ ਵਿੱਚ ਖਿਆਲ, ਕਈਆਂ ਦਾ ਜਿਹੜਾ ਵਰਤਾਰਾ ਵੇਨਾ ਪਿਆ ਵਾ, ਇੱਥੇ ਜੀ ਸੈਲਫੀ ਖਿੱਚ ਕੇ ਆਪਾਂ ਸਟੇਟਸ ਪਾਉਣਾ ਹੈ। ਉਹ ਭਲਿਓ ਕਿਸ ਚੱਕਰ ਵਿੱਚ ਤੁਸੀਂ ਪੈ ਗਏ? ਜਿਹੜਾ ਸਟੇਟਸ ਤੁਹਾਡਾ ਗੁਰੂ ਗੋਬਿੰਦ ਸਿੰਘ ਨੇ ਬਣਾਉਣਾ ਹੈ, ਉਹ ਕਿਤੇ ਮੰਗੋ ਗੁਰੂ ਕੋਲ ਆ ਕੇ। ਤੁਸੀਂ ਕੀ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਹੋ? ਲੋਕ ਅੱਜ ਖਵਾਰ ਹੋ ਗਏ ਜੀ, ਅੱਜ ਉੱਥੇ ਫੋਟੋ ਉੱਥੇ ਸੈਲਫੀ, ਗੁਰੂ ਭਾਵੇਂ ਗੁਰੂ ਨੂੰ ਪਿੱਠ ਹੁੰਦੀ ਰਵੇ, ਪਰਵਾਹ ਹੀ ਨਹੀਂ। ਅਸੀਂ ਕਿਸ ਮਨਮਤ ਦੀ ਦਲਦਲ ਵਿੱਚ ਜਿਉਣ ਲੱਗ ਪਏ? ਸਿੱਖੋ, ਮੇਰੀ ਬੇਨਤੀ ਹੈ, ਇਸ ਅਸਥਾਨ ਦੀ ਪਵਿੱਤਰਤਾ ਸਤਿਕਾਰ ਇਹ ਤੁਹਾਡੀ ਜ਼ਿੰਮੇਵਾਰੀ ਹੈ। ਭਾਵਨਾ ਬਣਾ ਕੇ ਆਓ ਤੇ ਜਿਹੜੀ ਵੀ ਕਾਮਨਾ ਰੱਖੋਗੇ ਗੁਰੂ ਦਿੰਦਾ ਹੈ। ਪਰ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਮੰਨ ਕੇ ਇੱਥੇ ਸਿਰ ਝੁਕਾਇਆ ਕਰੋ, ਹਾਜ਼ਰ ਮੰਨ ਕੇ। ਗੁਰੂ ਸਾਹਿਬ ਕਹਿੰਦੇ ਨੇ ਫਿਰ ਇਹ ਕੰਨ ਇਹ ਸਰਵਣੋ ਮੇਰਿਓ ਸਾਚਾ ਸੁਣਨਾ ਨੌ ਪਠਾਏ, ਸਾਚਾ ਸੁਣਨਾ ਨੌ ਪਠਾਏ, ਸਰੀਰ ਲੈ ਸੁਣੋ ਸਤ ਬਾਣੀ। ਫਿਰ ਉਹਨੂੰ ਸਤ ਨੂੰ ਸੁਣਦੇ ਨੇ, ਬਾਣੀ ਸੁਣਦੇ ਨੇ। ਰਸਨਾ ਰਮਤ ਸੁਨਤ ਸੁਖ ਸਰਵਣਾ, ਚਿਤ ਚੇਤੇ ਸੁਖ ਹੋਈ, ਕਹੋ ਭੀਖਨ ਦੋਏ ਨੈਣ ਸੰਤੋਖੇ, ਜਤ ਦੇਖਾਂ ਤਤ ਸੋਈ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਭਾਈ ਇਹ 10 ਇੰਦਰੀਆਂ ਵੀ ਉਹ ਕਾਬੂ ਵਿੱਚ ਰੱਖਦਾ ਖੈ, ਤਾਕੈ ਆਤਮ ਹੋਏ ਪਰਿਗਾਸ। ਇਸ ਤਰ੍ਹਾਂ ਭਾਈ ਇਹ ਹੈ ਜੀ ਚੌਂਕੜਾ ਮਾਰ ਕੇ ਜਿਹੜਾ ਅੰਮ੍ਰਿਤ ਵੇਲੇ ਜਾਪ ਕਰਦਾ ਨਾ, ਸ਼ਬਦ ਦਾ ਅਭਿਆਸ ਕਰਦਾ, ਤੁਹਾਡੇ ਮਸਤਕ ਵਿੱਚ ਜਦੋਂ ਤੁਸੀਂ ਵੇਖੋ ਸਾਧ ਸੰਗਤ, ਇਹੋ ਗੁਰੂ ਦੀਆਂ ਬਖਸ਼ਿਸ਼ਾਂ ਨੇ ਜਿਹੜੇ ਮਾਣਦੇ ਨੇ। ਇਹ ਜਿਹੜੇ ਚੱਲੇ ਹੋਏ ਨੇ ਉਹਨਾਂ ਨੂੰ ਬਾਤ ਸਮਝ ਆਏਗੀ, ਜਿਹੜੇ ਨਿਤਨੇਮ ਦੇ ਧਾਰਨੀ ਨੇ। ਤੁਹਾਨੂੰ ਪ੍ਰਕਾਸ਼ ਜ਼ਰੂਰ ਦਿਖਾਈ ਦੇਵੇਗਾ, ਗੁਰੂ ਵਿਖਾਉਂਦਾ ਹੈ ਜੀ। ਇਹੀ ਤਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਭਾਈ, ਤਾਂ ਕਹਿ ਉਹਦੇ ਖਿਰਦੇ ਵਿੱਚ ਪ੍ਰਕਾਸ਼, ਕਿਉਂਕਿ ਆਤਮ ਪ੍ਰਕਾਸ਼ ਸਰੂਪ ਹੈ ਆਤਮਾ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਭਾਈ ਇਹ ਬਰਕਤ ਮਾਣਦਾ ਖੈ, ਐਸੀ ਦ੍ਰਿੜਤਾ ਤਾਕੈ ਹੋਏ। ਇਸ ਤਰ੍ਹਾਂ ਭਾਈ ਇਹ ਜਿਹੜੀ ਦ੍ਰਿੜਤਾ ਹੈ ਨਾ, ਇਹ ਜਿਹੜੀ ਪਕਿਆਈ ਹੈ, ਜਾਂ ਇਹ ਜਿਹੜਾ ਆਤਮਿਕ ਤੌਰ ਤੇ ਬਲਵਾਨ ਖੋਣਾ ਹੈ, ਉਹਨੂੰ ਪ੍ਰਾਪਤ ਖੁੰਦੀ ਖੈ। ਜਾ ਕੋ ਦਇਆ ਮਾਇਆ ਪ੍ਰਭ ਸੋਏ। ਸਾਹਿਬ ਫਿਰ ਇੱਥੇ ਇੱਕ ਇਸ਼ਾਰਾ ਪੇ ਕਰਦੇ ਨੇ। ਸਾਹਿਬ ਕਹਿੰਦੇ ਨੇ ਜਿੰਨਾ ਵੀ ਜਪ ਤਪ ਨਾ ਕਰਨ ਤੋਂ ਬਾਅਦ ਸੂਖਸ਼ਮ ਖੌਮੇ ਦਾ ਸ਼ਿਕਾਰ ਨਾ ਹੋ ਬੈਠਿਆ ਜੇ ਕਿ ਮੈਂ ਕਰਨਾ ਪਿਆ ਵਾਂ ਜੀ, ਮੈਂ ਤਖਤ ਸਾਹਿਬ ਤੇ ਚੱਲ ਕੇ ਆਇਆ ਜੀ, ਮੈਂ 5 ਬਾਣੀਆਂ ਦਾ ਨਿਤਨੇਮ ਦਾ ਧਾਰਨੀਆਂ। ਕਹਿੰਦੇ ਨਹੀਂ, ਹਮੇਸ਼ਾ ਅਰਦਾਸ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਖਰ ਗੁਣ ਗਾਓ। ਖਸਮ ਜੀ ਤੁਸੀਂ ਕਿਰਪਾ ਕਰ ਦਿਓ, ਤੂੰ ਚਿਤ ਆਵੈ ਤੇਰੀ ਮਾਇਆ, ਮੇਰੀ ਕੀ ਔਕਾਤ ਹੈ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਉਹ ਭਾਵਨਾ ਨਾਲ ਜਿਉਂਦੇ ਖਨ ਰਹਾ। ਇਸ ਤਰ੍ਹਾਂ ਸਾਹਿਬ ਠਹਿਰਾ ਦੇ ਕੇ ਕਹਿਣ ਲੱਗੇ ਇਸ ਬਚਨ ਨੂੰ ਦ੍ਰਿੜਤਾ ਨਾਲ ਪ੍ਰਵਾਨ ਕਰ ਲੋ ਖਿਰਦੇ ਦੇ ਤਲ ਤੇ, ਕਿ ਮਾਲਕ ਜੀ ਤੇਰੀ ਮਾਇਆ ਤੇਰੀ ਰਹਿਮਤ ਇਸੇ ਤਰ੍ਹਾਂ ਬਣੀ ਰਵੇ, ਕਿਰਪਾ ਕਰੋ ਜੀ। ਸਾਜਨ ਦੁਸ਼ਟ ਜਾ ਕੈ ਏਕ ਸਮਾਨ। ਉਸ ਗੁਰਸਿੱਖ ਦਾ ਜੀਵਨ ਬਣੇਗਾ, ਉਹਨੂੰ ਫਿਰ ਜਿਹੜੀ ਅੱਜ ਸਾਧ ਸੰਗਤ ਸਮਦ੍ਰਿਸ਼ਟਤਾ ਦੀ ਬੜੀ ਘਾਟ ਹੈ ਖਾਲਸੇ ਪੰਥ ਵਿੱਚ, ਮੈਨੂੰ ਕਹਿਣ ਦਿਆ ਜੇ ਅੱਜ ਉਹ ਸਾਡਾ ਦੁਸ਼ਮਣ, ਉਹ ਸੱਜਣ ਖਾਲਸੇ ਦਾ ਇਹ ਸਾਧ ਸੰਗਤ ਜੀ ਵਿਰਸਾ ਨਹੀਂ। ਖਾਲਸੇ ਨੂੰ ਤਾਂ ਹਰ ਪਾਸੇ ਬ੍ਰਹਮ ਗਿਆਨੀ ਸਦਾ ਸਮਦਰਸ਼ੀ। ਸਾਹਿਬ ਕਹਿੰਦੇ ਨੇ ਇੱਕੋ ਨਜ਼ਰ ਦੇ ਨਾਲ
ਨਾ ਕੋ ਮੇਰਾ ਦੁਸ਼ਮਨ ਰਹਾ, ਨਾ ਹਮ ਕਿਸਕੇ ਬੈਰਾਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਭਾਈ ਕਨ੍ਹਈਆ ਬਣ ਸਕੀਏ, ਇਸ ਤਰ੍ਹਾਂ ਦਾ ਜੀਵਨ ਬਣਦਾ ਕੈ। ਜੇਤਾ ਬੋਲਨ ਤੇਤਾ ਗਿਆਨ। ਹੁਣ ਉਹ ਸਾਧ ਸੰਗਤ ਖਾਲਸ ਰੂਪ ਹੋ ਕੇ ਜੋ ਕੁਝ ਵੀ ਬੋਲੇਗਾ, ਦੁਰਾਚਾਰ ਨਹੀਂ ਬੋਲੇਗਾ, ਕਬੋਲ ਨਹੀਂ ਬੋਲੇਗਾ। ਇੱਕ ਫਿੱਕਾ ਨਾ ਗਾਲ ਆਏ, ਸਭਨਾ ਮੈਂ ਸੱਚਾ ਧਣੀ। ਫਿੱਕੇ ਬੋਲ ਹੀ ਨਹੀਂ ਸਕਦਾ। ਉਹ ਗਿਆਨ ਦੀਆਂ ਬਾਤਾਂ ਪਾਏਗਾ, ਉਹ ਕੋਰਨਾਂ ਨੂੰ ਜੋੜਨ ਦਾ ਯਤਨ ਕਰੇਗਾ। ਮੈਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਸਜਿਆ, ਇਹ ਜ਼ਿੰਮੇਵਾਰੀ ਏ। ਘੱਟੋ ਘੱਟ ਇਸ ਜ਼ਿੰਦਗੀ ਅੰਦਰ 5 ਖਾਲਸੇ ਜ਼ਰੂਰ ਤਿਆਰ ਕਰੋ, ਪੰਥ ਵਿੱਚ ਵਾਧਾ ਹੋਏਗਾ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਭਾਈ ਖਾਲਸ ਸਰੂਪ ਹੋ ਕੇ, ਉਹ ਗਿਆਨ ਸਰੂਪ ਹੋ ਕੇ ਆਪਣੇ ਜੀਵਨ ਦੇ ਵਿੱਚੋਂ ਗੁਰਮਤ ਦੀ ਰੋਸ਼ਨੀ ਵੰਡਦਾ ਖੈ ਜੀ। ਜੇਤਾ ਸੁਣਨਾ ਤੇਤਾ ਨਾਮ। ਹੁਣ ਉਹ ਭਾਈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਖਰ ਬਿਨ ਜਾਪਤ ਖੈ ਨੀ ਖੋਰ। ਕਹਿੰਦੇ ਹਰ ਪਾਸੇ ਮਾਲਕ ਜੀ ਤੂੰ ਹੀ ਬੋਲਣਾ ਪਿਆ, ਤੂੰ ਹੀ ਦਿਸਦਾ ਪਿਆ। ਇਹ ਜੀਵਨ ਬਣਦਾ ਕੈ। ਜੇਤਾ ਪੇਖਨ ਤੇਤਾ ਧਿਆਨ। ਜਿੱਧਰ ਵੀ ਵੇਂਦਾ ਹੈ ਉਹਦੀ ਜੋਤ ਨਜ਼ਰ ਆਉਂਦੀ ਹੈ, ਸਭ ਪਾਸੇ ਉਹੀ ਦਿਸਦਾ ਹੈ। ਸਾਧ ਸੰਗਤ ਇਹ ਬੜੀ ਵੱਡੀ ਖੇਡ ਹੈ। ਇਹ ਜਿਹੜਾ ਸਹਿਜਤਾ ਵਿੱਚ ਜੀਵਨ ਜਾਏਗਾ ਨਾ, ਫਿਰ ਗੁਰੂ ਸਾਹਿਬ ਜਿਹੜੇ ਅੱਜ ਬਖਸ਼ਿਸ਼ ਵਰਤਾਉਂਦੇ ਪਏ ਨੇ, ਇਹ ਜੀਵਨ ਵਿੱਚ ਬਰਕਤ ਮਿਲੇਗੀ। ਸਹਜੇ ਜਾਗਣ ਸਹਜੇ ਸੋਏ। ਫਿਰ ਉਹ ਸਹਿਜ ਆਨੰਦ ਸਰੂਪ ਵਿੱਚ, ਆਤਮਿਕ ਅਡੋਲਤਾ ਦੇ ਸਰੂਪ ਵਿੱਚ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਸਦ ਜਾਗਤ। ਉਹ ਹਮੇਸ਼ਾ ਵਿਕਾਰਾਂ ਵੱਲੋਂ ਜਾਗਦੇ ਰਹਿੰਦੇ ਨੇ, ਵਾਸ਼ਨਾ ਵੱਲੋਂ। ਸੰਸਾਰ ਦੀ ਖੋਮੇ ਵਾਸ਼ਨਾ ਦੀ ਨੀਂਦ ਉਹਨਾਂ ਨੂੰ ਪੋ ਨਹੀਂ ਸਕਦੀ, ਸੌਂਦੇ ਹੀ ਨਹੀਂ ਉਹ ਵਿਕਾਰਾਂ ਵੱਲੋਂ। ਸਾਹਿਬ ਕਹਿੰਦੇ ਨੇ ਉਹਦਾ ਜੀਵਨ ਕੈ ਜੀ। ਸਹਜੇ ਹੋਤਾ ਜਾਏ ਸੋ ਹੋਏ। ਇਸ ਤਰ੍ਹਾਂ ਭਾਈ ਜੋ ਤੁਧ ਭਾਵੈ ਸਾਈ, ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਜੋ ਕੁਝ ਖੋ ਰਿਹਾ ਭਾਣੇ ਵਿੱਚ ਮਿੱਠਾ ਲੱਗਦਾ ਹੈ, ਤੇਰਾ ਕੀਆ ਮਿੱਠਾ ਲੱਗਾ। ਇਸ ਤਰ੍ਹਾਂ ਦੀ ਖੇਡ ਬਣਦੀ ਹੈ। ਸਹਜੇ ਬੈਰਾਗ ਸਹਜੇ ਹੀ ਹਸਨਾ। ਸੁਤੇ ਸਿੱਧ ਸੰਤ ਮਹਾਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਾਰੇ ਪਿਆਰ ਵਿੱਚ ਭਿੱਜ ਕੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਖੋ ਸਤਨਾਮ। ਇਸ ਅਸਥਾਨ ਤੇ ਉਹਨਾਂ ਬੜੀਆਂ ਸਾਧ ਸੰਗਤ ਜੀ ਉਹਨਾਂ ਦੇ ਚੋਜ ਵਰਤਾਏ ਗਏ। ਸਮਾਂ ਨਹੀਂ ਮੈਂ ਉੱਧਰ ਜਾਵਾਂ। ਉਹਨਾਂ ਨੇ ਅਰਥ ਬੜਾ ਪਿਆਰਾ ਕੀਤਾ। ਕਹਿਣ ਲੱਗੇ ਇਸ ਤਰ੍ਹਾਂ ਭਾਈ ਸੁਤੇ ਸਿੱਧ ਬੈਰਾਗ, ਬੈਰਾਗ ਕੀ ਨਾਸ਼ਮਾਨਤਾ ਦੀ ਸਮਝ ਹੋ ਜਾਣੀ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ। ਕਬੀਰ ਬਿਰਹੋ ਭਯੰਗਮ ਮਨ ਬਸੈ ਮੰਤ ਨਾ ਮਾਨੈ। ਕੋਈ ਰਾਮ ਯੋਗੀ ਨਾ ਜੀਐ, ਜੀਐ ਤਾਂ ਬਹੁਰਾ ਹੋਏ। ਇਸ ਤਰ੍ਹਾਂ ਭਾਈ ਉਹ ਬੈਰਾਗ ਧਾਰਨ ਕਰਦਾ ਹੈ। ਹਰ ਜਨ ਹਰ ਗੁਣ ਗਾਵਤ ਹੱਸਿਆ। ਇਸ ਤਰ੍ਹਾਂ ਭਾਈ ਮਾਲਕ ਜੀ ਦੇ ਪਿਆਰ ਵਿੱਚ ਜਿਉਂਦਾ ਹੈ। ਸਹਜੇ ਚੁੱਪ ਸਹਜੇ ਹੀ ਜਪਨਾ। ਹਾਂਜੀ, ਸਹਜੇ ਚੂਪ ਦੁਲੰਕੜ ਲਾ ਕੇ ਮਾਲਕ ਜੀ ਕਿਰਪਾ ਕਰਦੇ ਨੇ। ਇਹ ਉਹ ਵਾਲਾ ਚੁੱਪ ਨਹੀਂ ਜਿਹਨੂੰ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਆ ਕਿ ਅੰਦਰ ਬੜਾ ਕੁਝ ਚੱਲਦਾ ਪਿਆ ਤੇ ਬਾਹਰੋਂ ਕਹਿੰਦਾ ਮੈਂ ਚੁੱਪ ਹੋ ਗਿਆ। ਹੁਣ ਅੰਦਰੋਂ ਸਾਧ ਸੰਗਤ ਲਿਵ ਜੁੜੀ ਹੈ ਤੇ ਸਾਹਿਬ ਕਹਿੰਦੇ ਨੇ ਸਹਜੇ ਹੀ ਜਪਨਾ। ਆ ਜਪਾਂ ਦੀ ਬਰਕਤ ਮਿਲੀ ਹੈ। ਹੁਣ ਭਾਈ ਉਸ ਬਰਕਤ ਨੂੰ ਮਾਣਦਾ ਹੈ। ਸਹਜੇ ਭੋਜਨ ਸਹਜੇ ਪਾਓ। ਇਸੇ ਤਰ੍ਹਾਂ ਸਹਜੇ ਭੋਜਨ ਗਿਆਨ ਦਾ ਭੋਜਨ ਛਕਦਾ ਹੈ, ਨਾਮ ਦਾ ਭੋਜਨ ਛਕਦਾ ਹੈ, ਵਾਹਿਗੁਰੂ ਦੇ ਉਸ ਰੱਬੀ ਪਿਆਰ ਦਾ ਭੋਜਨ ਛਕਦਾ ਹੈ। ਸਾਹਿਬ ਕਹਿੰਦੇ ਨੇ ਸਹਜੇ ਭਾਓ ਸੁਤੇ ਸਿੱਧ ਉਹਨੂੰ ਪ੍ਰੇਮਾ ਭਗਤੀ ਪ੍ਰਾਪਤ ਖੁੰਦੀ ਖੈ। ਸਹਜੇ ਮਿਟਿਓ ਸਗਲ ਦੁੜਾਓ। ਇਸ ਤਰ੍ਹਾਂ ਭਾਈ ਸਹਿਜ ਅਵਸਥਾ ਵਿੱਚ ਉਹਦੀ ਸਾਰੀ ਤੇਰ ਮੇਰ, ਆ ਚੰਗਾ ਆ ਮਾੜਾ, ਉਹ ਆਪਣਾ ਉਹ ਬੇਗਾਨਾ, ਸਾਹਿਬ ਕਹਿੰਦੇ ਨੇ ਇਹ ਸਾਰਾ ਕਪਟ ਛਲ ਇਹ ਬਿਰਤੀਆਂ ਦੂਰ ਹੋ ਜਾਂਦੀਆਂ ਨੇ ਸੁਤੇ ਸਿੱਧ। ਕਿਉਂਕਿ
ਵਾਹਿਗੁਰੂ ਦੀ ਰੱਬੀ ਨਿਆਮਤ ਖਿਰਦੇ ਵਿੱਚ ਟਿਕਦੀ ਖੈ। ਸਹਜੇ ਹੋਆ ਸਾਧੂ ਸੰਗ। ਆ ਜੇ ਜੀ ਅਸਲ ਵਿੱਚ ਜਦੋਂ ਖੇਡ ਬਣਦੀ ਹੈ। ਸਾਹਿਬ ਕਹਿੰਦੇ ਨੇ ਜਦੋਂ ਸੁੱਤੇ ਸਿੱਧ ਕੋਈ ਬਾਣੀ ਦੀ ਕਮਾਈ ਕਰਦਾ ਹੈ ਨਾ, ਫਿਰ ਗੁਰੂ ਆਪ ਉਹਦੇ ਜੀਵਨ ਵਿੱਚ ਸਾਧੂ ਦਾ ਮਿਲਾਪ ਕਰਾ ਦਿੰਦਾ। ਆਖੋ ਸਤਨਾਮ। ਅੱਜ ਨਾ ਜਗਤ ਵਿੱਚ ਸਾਡੇ ਸਿੱਖ ਸਮਾਜ ਖਾਲਸਾ ਪੰਥ ਅੰਦਰ ਕਈਆਂ ਨੇ ਇਸ ਕਨਸੈਪਟ ਨੂੰ ਸਾਧ ਸੰਗਤ ਉਲਝਾ ਦਿੱਤਾ। ਕਿਉਂ? ਉਹਨਾਂ ਨੇ ਸਾਧ ਸੰਗਤ ਕਦੀ ਕਿਸੇ ਰਹਿ ਕੇ ਸਾਧੂ ਦਾ ਸੰਗ ਮਾਣਿਆ ਹੀ ਨਹੀਂ। ਉਹਨਾਂ ਨੂੰ ਕੀ ਪਤਾ ਸਾਧੂ ਦੀ ਸੰਗਤ ਕੀ ਰੰਗਤ ਲਿਆਉਂਦੀ ਹੈ। ਸਾਧ ਸੰਗਤ ਮਾਲਕ ਜੀ ਕਹਿੰਦੇ ਨੇ ਫਿਰ ਸਹਜੇ ਹੋਆ, ਇਹ ਗੁਰੂ ਦੀ ਖੇਡ, ਉਹਨੇ ਕਦੋਂ ਮਿਲਾਉਣਾ ਹੈ। ਤੁਹਾਡਾ ਫਰਜ਼ ਹੈ ਕਮਾਈ ਕਰਨੀ। ਸਾਹਿਬ ਕਹਿੰਦੇ ਨੇ ਫਿਰ ਜਦੋਂ ਮਿਲਾਪ ਕਰਾਉਂਦਾ ਹੈ ਨਾ, ਹਾਂ ਇਹ ਗੱਲ ਹੈ ਅੱਜ ਦੇ ਸਮੇਂ ਅੰਦਰ ਨਕਲ ਬਹੁਤ ਹੈ। ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਾਗੇ ਖੇਡ ਖੈ, ਗੱਲੀ ਜਿਨ੍ਹਾਂ ਜਪਮਾਲੀਆਂ ਇਹ ਖੇਡ ਖੈ। ਸਾਹਿਬ ਕਹਿੰਦੇ ਦਾ ਮਤਲਬ ਇਹ ਨਹੀਂ ਕਿ ਅਸਲ ਹੈ ਹੀ ਨਹੀਂ, ਅਸਲ ਵੀ ਹੈ। ਪਰ ਜਦੋਂ ਕਿਸੇ ਸਾਧੂ ਦਾ ਸੰਗ ਮਿਲਦਾ ਖੈ, ਸਹਜੇ ਮਿਲਿਓ ਪਾਰ ਬ੍ਰਹਮ ਨਿਸੰਗ। ਸਾਹਿਬ ਕਹਿੰਦੇ ਨੇ ਸਹਜੇ ਹੀ ਸੁਤੇ ਸਿੱਧ ਪਾਰ ਬ੍ਰਹਮ ਨਿਸੰਗ, ਸੰਗਾ ਤੋਂ ਰਹਿਤ ਉਹ ਆਪ ਮਿਲਦਾ ਹੈ। ਵੇਖੋ ਜਿਹੜੇ ਕਮਾਈ ਕਰਦੇ ਨਾ ਉਹਨਾਂ ਦੀ ਲੋਚਾ ਨਹੀਂ, ਉਹਨਾਂ ਸਿਰਫ ਸਾਧ ਸੰਗਤ ਇਸ ਮਾਰਗ ਤੇ ਚੱਲਦੇ ਰਹਿਣਾ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਹ ਚੱਲਦੇ ਨੇ। ਫਿਰ ਸਾਧ ਸੰਗ ਸੁੱਤੇ ਸਿੱਧ, ਜਿਵੇਂ ਮਾਤਾ ਆਪਾ ਖਾਂਡੀ ਸਾਹਿਬ ਦਾ ਇਤਿਹਾਸ ਥੋੜਾ ਜਿਹਾ ਸੁਣਿਆ ਹੈ ਨਾ, ਲੋਚਾ ਰੱਖਦੀ ਹੈ ਨਾ, ਸਤਿਗੁਰ ਨਿਵਾਜ ਦਿੰਦੇ ਨੇ। ਇੱਕ ਜਦੋਂ ਕਲਗੀਧਰ ਬਾਪੂ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਕੇ ਟਿਕਦਾ ਹੈ ਨਾ, ਸਾਧ ਸੰਗਤ ਮਾਤਾ ਗੁਰਦਈ, ਸਮਾਂ ਨਹੀਂ ਮੈਂ ਉੱਧਰ ਜਾਵਾਂ। ਕਦੀ ਉਸ ਮਾਤਾ ਦੇ ਇਤਿਹਾਸ ਨੂੰ ਪੜ੍ਹ ਕੇ ਵੇਖਿਆ ਜੀ। 4 ਸਾਲ ਨਹੀਂ ਗਈ, 4 ਵਸਤਰ ਤਿਆਰ ਹੋ ਗਏ ਤੇ ਸਤਿਗੁਰ ਨੇ ਕਿਹਾ ਸੀ, ਮਾਤਾ ਭਾਵਨਾ ਨਾਲ ਵਸਤਰ ਤਿਆਰ ਕਰੀ, ਕਦੀ ਸਮਾਂ ਬਣਿਆ ਜ਼ਰੂਰ ਗੁਰੂ ਨਾਨਕ ਸਾਹਿਬ ਨਦਰ ਕਰਨਗੇ, ਆਵਾਂਗੇ। ਸਾਧ ਸੰਗਤ ਖੇਡ ਬਣੀ ਤੇ ਭਾਈ ਵੀਰ ਸਿੰਘ ਨੇ ਇੱਕ ਬਚਨ ਲਿਖਿਆ, ਕਹਿਣ ਲੱਗੇ ਜਿਹੜਾ ਪੁੱਤਰਾਂ ਦੀਆਂ ਲਾਸ਼ਾਂ ਕੋਲ ਲੰਘ ਕੇ ਆ ਗਿਆ, ਜਿਹੜਾ ਖਾਲਸੇ ਦੀ ਇੰਨੀ ਖੇਡ ਵਰਤਾ ਕੇ 1.25 ਲੱਖ ਨਾਲ ਲੜਾ ਕੇ ਆ ਗਿਆ, ਕੀ ਲੋੜ ਪੈ ਗਈ ਮਾਛੀਵਾੜੇ ਤੱਕ ਪਹੁੰਚਣ ਦੀ। 33 ਕਿਲੋਮੀਟਰ ਦਾ ਪੈਂਡਾ ਹੈ ਜੀ, 72 ਘੰਟੇ ਲੱਗੇ ਗੁਰੂ ਪਾਤਸ਼ਾਹ ਨੂੰ। ਆਪਾਂ ਤਾਂ ਥੋੜਾ ਜਿਹਾ ਸੁਣ ਕੇ ਅੱਗੇ ਜਾਂਦੇ ਆ। ਨਹੀਂ, ਚੋਜੀ ਪ੍ਰੀਤਮ ਸਾਧ ਸੰਗਤ, ਇੱਕ ਬਚਨ ਮੈਂ ਜ਼ਰੂਰ ਕਵਾਂ ਕਿਉਂਕਿ ਅੱਜ ਅਸ਼ਟਪਦੀ ਸੰਪੂਰਨ ਨਹੀਂ ਹੋਏਗੀ, 4 ਪਦੇ ਕਹਿ ਕੇ ਆਪਾਂ ਸਮਾਪਤੀ ਕਰਾਂਗੇ। ਜਦੋਂ ਸਾਹਿਬ ਲੰਘਦੇ ਪਏ ਸਨ, ਕਿਉਂਕਿ ਬਾਪੂ ਦੀ ਕਲਗੀਧਰ ਪਿਤਾ ਦੀ ਗੋਦ ਵਿੱਚ ਬੈਠੇ ਆ, ਸੁੱਤੇ ਸਿੱਧ ਉਧਰ ਸੁਰਤ ਪਈ ਜਾਂਦੀ ਨੇ, ਮੇਰੇ ਵੱਸ ਵਿੱਚ ਨਹੀਂ। ਸਤਿਗੁਰੂ ਲੰਘਦੇ ਲੰਘਦੇ ਨਾ ਇੱਕ ਪਿਓਤ ਪਿੰਡ ਖੈ, ਮਾਛੀਵਾੜੇ ਜਦੋਂ ਗਏ, ਪਿਓਤ ਪਿੰਡ ਇੱਕ ਨਾਮ ਰਸਕ ਬੈਰਾਗੀ ਗੁਰਮੁਖ ਸਾਧੂ ਰਹਿੰਦਾ ਸੀ ਤੇ ਖਿਰਦੇ ਦੇ ਵਿੱਚ ਚਾਹਤ, ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ। ਅੰਮ੍ਰਿਤ ਵੇਲੇ ਦਾ ਪ੍ਰਭਾਤ ਫੁੱਟਦੀ ਪਈ ਏ। ਸਤਿਗੁਰ ਨੇ ਬਾਹਰ ਜਾ ਕੇ ਕੁੱਲੀ ਦਾ ਦਰਵਾਜ਼ਾ ਖੋਲ ਕੇ ਕਹਿੰਦੇ, ਲੈ ਪੁਰਖਾ, ਜਿਹਨੂੰ ਰੋਜ਼ ਪਿਆ ਯਾਦ ਕਰਦਾ ਸੈਂ, ਅੱਜ ਤੇਰੇ ਦਰਸ਼ਨ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਆਇਆ ਹੈ। ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੇ ਜਦੋਂ ਕਲਗੀਧਰ ਸਾਹਿਬ ਦੇ ਦੀਦਾਰ ਹੋਏ ਨਾ ਉਸ ਨਾਮ ਰਸਕ ਬੈਰਾਗੀ ਨੂੰ, ਉਸ ਜਗਿਆਸੂ ਨੂੰ, ਸਤਿਗੁਰ ਜੀ ਦਾ ਹੁਣ ਦੁਨਿਆਵੀ ਨੇਤਰ ਇਹ ਕਹਿੰਦੇ ਨੇ, ਸਾਹਿਬ ਜੀ ਦਾ ਜਾਮਾ ਲੀਰੋ ਲੀਰ ਖੈ, ਸਾਹਿਬ ਜੀ ਦੇ ਚਰਨਾਂ ਵਿੱਚੋਂ ਖੂਨ ਪਿਆ ਸਮਝਿਆ ਪਿਆ ਖੈ, ਖੂਨ ਨਿਕਲਦਾ ਪਿਆ ਏ। ਪਰ ਸਾਧ ਸੰਗਤ ਉਹਨੇ ਜਦੋਂ ਵੇਖਿਆ ਤੇ ਸਾਹਿਬ ਦੇ ਚਰਨ ਸਾਫ਼ ਕਰਨ ਲਈ ਯਤਨ ਕਰਨ ਲੱਗਾ ਏ। ਭਾਵਨਾ ਨਾਲ ਸੁਣਿਆ ਜੇ, ਕਹਿੰਦੇ ਕਲਗੀਧਰ ਬਾਪੂ ਦੇ ਚਰਨਾਂ ਕੋਲ ਆਇਆ ਤੇ ਸਾਹਿਬ ਜੀ ਦੇ ਚਰਨ ਫੜੇ ਨਹੀਂ ਗਏ। ਹੈਰਾਨ ਹੋ ਗਿਆ,
ਇਹ ਜਦੋਂ ਭਾਵਨਾ ਵਾਲੀ ਦ੍ਰਿਸ਼ਟੀ ਨਾਲ ਸੁਣੋਗੇ ਸਮਝ ਪਵੇਗੀ। ਮੈਂ ਰਮਤਾ ਵਿੱਚ ਵੀ ਕਿਹਾ ਸੀ, ਮਾਲਕ ਜੀ ਦੇ ਕੋਤਕਾਂ ਦੀ ਖੇਡ ਹੀ ਐਸੀ ਹੈ। ਪੁੱਛਦਾ ਸਾਹਿਬ ਜੀ ਇਹ ਕੀ? ਕਹਿਣ ਲੱਗੇ ਅਸਲ ਵਿੱਚ ਹੁਣ ਬ੍ਰਹਮ ਸਰੂਪ ਵਿੱਚ ਹਾਂ। ਇਹ ਤਾਂ ਅਸੀਂ ਦੇਖਣ ਆਇਓ ਜਗਤ ਤਮਾਸ਼ਾ, ਖੇਡ ਵਰਤਾਉਣ ਆਏ ਸਾਂ, ਵਰਤਾ ਚੱਲੇ ਆ, ਅਸਲ ਵਿੱਚ ਨਿਜ ਸਰੂਪ ਵਿੱਚ ਹਾਂ। ਯਾਦ ਰੱਖਿਆ ਜਿਹੜਾ ਸਤਜੁਗੀ ਦਾ ਤਪੀਸ਼ਰ ਹਜੂਰ ਸਾਹਿਬ, ਹੇਮਕੁੰਡ ਦਾ ਤਪਸਵੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਆ ਕੇ ਅਵਤਾਰ ਧਾਰਨ ਕਰਦਾ ਹੈ, ਪਟਨਾ ਸਾਹਿਬ ਦਾ ਵਾਸੀ ਬਣਦਾ ਹੈ। ਉਸ ਮਾਲਕ ਨੇ 42 ਯੁੱਗਾਂ ਵਿੱਚ ਕੋਈ ਐਸੀ ਖੇਡ ਨਹੀਂ ਵਰਤਾ ਸਕਦਾ, ਗੁਰੂ ਗੋਬਿੰਦ ਸਿੰਘ ਪੌਣੇ 42 ਸਾਲ ਵਿੱਚ ਵਰਤਾ ਕੇ ਚਲਾ ਗਿਆ। ਸਾਧ ਸੰਗਤ ਉਹਨੂੰ ਨਿਹਾਲ ਕੀਤਾ। ਮਾਤਾ ਗੁਰਦਈ, ਕੁਝ ਸੱਜਣ ਖਰਦਈ ਵੀ ਲਿਖਦੇ ਨੇ, ਸਾਹਿਬ ਨੇ ਆਪ ਭੇਜਿਆ, ਕਹਿਣ ਲੱਗੇ ਲੈ ਕੇ ਆਓ ਭਾਈ। ਜਦੋਂ ਸਾਧ ਸੰਗਤ ਨਿਹਾਲਾ ਖੱਤਰੀ ਆਇਆ, ਮਾਂ ਨੂੰ ਲੈ ਕੇ ਆ, 4 ਵਸਤਰ ਭੇਟਾ ਕੀਤੇ। ਤੇ ਇਤਿਹਾਸ ਕਹਿੰਦਾ ਅੱਖਾਂ ਵਿੱਚ ਜੋਤ ਨਹੀਂ ਸੀ, ਅੱਖਾਂ ਸਣ ਪਰ ਦਰਸ਼ਨ ਨਾ ਕਰ ਸਕੀ। ਸਾਹਿਬ ਜੀ ਦੇ ਚਰਨ ਪਰਸੇ ਤੇ ਗੁਰੂ ਦੇ ਚਰਨਾਂ ਦੀ ਐਸੀ ਚਰਨਾਹਟ ਹਿਰਦੇ ਵਿੱਚ ਛਿੜ ਗਈ। ਭਾਈ ਵੀਰ ਸਿੰਘ ਲਿਖਦੇ ਨੇ, ਗੁਰੂ ਸਾਹਿਬ ਨੇ ਮੱਥੇ ਤੇ ਹੱਥ ਰੱਖਿਆ, ਮਾਤਾ ਨੂੰ ਸੁੱਤੇ ਸਿੱਧ ਪ੍ਰਕਾਸ਼ ਹੋਇਆ। ਕਲਗੀਧਰ ਬਾਪੂ ਜੀ ਦੇ ਦੀਦਾਰ ਕੀਤੇ। ਇੱਕ ਪੰਡਤ ਸ਼ਿਵਦੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿੱਦਨ ਪ੍ਰਕਾਸ਼ ਸਰੂਪ ਇੱਥੋਂ ਚੱਲਦਾ ਹੈ ਆਨੰਦਪੁਰ ਸਾਹਿਬ, ਕਲਗੀਧਰ ਬਾਪੂ ਦੇ ਚਰਨਾਂ ਵਿੱਚ ਅਖੀਰੀ ਸਾਹ ਲੈਂਦਾ ਹਜੇ। ਇੱਕ ਮਾਤਾ ਗੁਰਦਈ ਸਾਹਿਬ ਜੀ ਨੇ ਜਿੱਥੇ ਜੋਤ ਬਖਸ਼ੀ, ਸਾਧ ਸੰਗਤ ਉੱਥੇ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਆਪਣੇ ਸਰੀਰ ਦੇ ਸਵਾਸ ਭੋਗਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਖੰਡ ਦਾ ਵਾਸੀ ਬਣਾ ਦਿੱਤਾ। ਧੰਨ ਕਲਗੀਧਰ ਬਾਪੂ। ਸਾਧ ਸੰਗਤ ਇਸ ਤਰ੍ਹਾਂ ਜਦੋਂ ਮਾਲਕ ਜੀ ਰਹਿਮਤਾਂ ਵਰਤਾਉਂਦੇ ਨੇ, ਸੁੱਤੇ ਸਿੱਧ ਫਿਰ ਬ੍ਰਹਮ ਸਰੂਪ ਵਿੱਚ ਖਿਰਦਾ ਟਿਕਦਾ ਖੈ। ਤੇ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ, ਇਹ ਪ੍ਰਾਪਤੀ ਖੁੰਦੀ ਖੈ। ਸਹਜੇ ਗ੍ਰਹਿ ਮੈਂ ਸਹਿਜ ਉਦਾਸੀ। ਇਸ ਤਰ੍ਹਾਂ ਸਾਹਿਬ ਕਹਿੰਦੇ ਨੇ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ। ਫਿਰ ਉਹ ਗ੍ਰਸਤ ਜੀਵਨ ਵਿੱਚ ਰਹਿੰਦਿਆਂ ਖੋਇਆਂ ਵੀ ਉਪਰਾਮ ਧਾਰਨ ਕਰ ਲੈਂਦਾ ਹੈ। ਸੋ ਗਿਰਹੀ ਜੋ ਨਿਗਰੋਹ ਕਰੈ ਰਾਮ ਕਲੀ ਕੀ ਵਾਰ, ਜਪ ਤਪ ਸੰਜਮ ਭਿਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਏਡੀ ਵੱਡੀ ਬਰਕਤ ਦਿੱਤੀ ਹੈ ਗ੍ਰਸਤੀ ਲੋਕਾਂ ਨੂੰ। ਪਰ ਗ੍ਰਸਤੀ ਜੀਵਨ ਵਿੱਚ ਜਿਨੇ ਆਪਣੇ ਵਿਕਾਰਾਂ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ, ਗੁਰੂ ਦੇ ਸ਼ਬਦ ਦੇ ਆਸਰੇ ਨਾਲ ਪੰਜਾਂ ਨੂੰ ਸਾਧ ਲਿਆ ਜਿਨੇ, ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਭਾਈ ਉਹ ਆਤਮਕ ਆਨੰਦ ਮਾਣਦਾ ਖੈ। ਸਹਜੇ ਦੁਬਦਾ ਤਨ ਕੀ ਨਾਸੀ। ਇਸ ਤਰ੍ਹਾਂ ਭਾਈ ਉਹਦੀ ਸਰੀਰ ਦੀ ਜਿਹੜੀ ਤਰੇਰ ਮੇਰ ਖੰਗਤਾ ਖੋਰ ਭਾਈ ਵਿਕਾਰਾਂ ਦੀ ਖੇਡ, ਇਹ ਸਭ ਨਾਸ ਹੋ ਜਾਂਦੀ ਹੈ। ਦੁਬਦਾ ਹੈ ਨਾ ਕਿ ਰੱਬ ਖੈ ਨਜ਼ਰ ਕਿਉਂ ਨਹੀਂ ਆਉਂਦਾ, ਦਿਸਦਾ ਕਿਉਂ ਨਹੀਂ? ਕਈਆਂ ਦਾ ਸਵਾਲ ਹੋਏਗਾ। ਸਾਹਿਬ ਕਹਿੰਦੇ ਨੇ ਜਦੋਂ ਕੋਈ ਕਮਾਈ ਕਰਦਾ ਹੈ ਨਾ, ਫਿਰ ਉਹਦੇ ਖਿਰਦੇ ਦੇ ਵਿੱਚੋਂ ਆਵਾਜ਼ ਆਉਂਦੀ ਏ, ਜਹ ਜਹ ਪੇਖੋ ਤਹ ਹਜੂਰ ਦੂਰ, ਕਤ ਹੋ ਨਾ ਜਾਈ, ਰਵ ਰਿਆ ਸਰਬੱਤਰ ਮੈਂ ਮਨ ਸਦਾ ਧਿਆਈ। ਇਸ ਤਰ੍ਹਾਂ ਭਾਈ ਉਹ ਆਨੰਦ ਮਾਣਦਾ ਖੈ। ਜਾ ਕੈ ਸਹਜ ਮਨ ਪਿਆ ਆਨੰਦ। ਇਸ ਤਰ੍ਹਾਂ ਭਾਈ ਸਹਿਜ ਸੁਤੇ ਸਿੱਧ ਭਾਈ ਉਹਨੂੰ ਆਨੰਦ ਦੀ ਪ੍ਰਾਪਤੀ। ਪੜ੍ਹਦੇ ਆਪਾਂ ਆ ਰਹੇ ਹਾਂ, ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ, ਪਰ ਮਾਣਿਆ ਨਹੀਂ ਅਜੇ ਤੱਕ, ਅਜੇ ਤੱਕ ਪੜਿਆ ਖੈ। ਸਾਹਿਬ ਕਹਿੰਦੇ ਨੇ ਜਦੋਂ ਸੁਤੇ ਸਿੱਧ ਖਿਰਦਾ ਆਤਮਕ ਆਨੰਦ ਮਾਣਦਾ ਖੈ, ਤੇ ਫਿਰ ਭਾਈ ਉਹਦੇ ਜੀਵਨ ਦੀ ਇਹ ਅਲੌਕਿਕ ਖੇਡ ਖੈ। ਇਹ ਆਨੰਦ ਉਹ ਖੈ ਜਿਹੜਾ ਭਾਈ ਕਦੀ ਆਰੇ ਦੇ ਦੰਦੇ ਵੀ ਚੱਲਦੇ ਪਏ ਨੇ, ਪਰ ਇਹ ਆਨੰਦ ਕਾਇਮ ਹੈ। ਗੁਰਮੁਖ ਅੰਤਰ ਸਹਿਜ ਖੈ ਮਨ ਚੜਿਆ, 10ਵੇਂ ਆਕਾਸ।
ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਭਾਈ ਉਹਦੇ ਖਿਰਦੇ ਵਿੱਚ ਇਹ ਖੇਡ ਵਰਤਦੀ ਰਹਿੰਦੀ ਖੈ। ਤਾ ਕੋ ਪੇਟਿਆ ਪਰਮਾਨੰਦ। ਇਸ ਤਰ੍ਹਾਂ ਭਾਈ ਉਹਦੇ ਜੀਵਨ ਵਿੱਚ ਇਸੇ ਮਨੁੱਖਾ ਦੇਹ ਵਿੱਚ ਰਹਿੰਦਿਆਂ ਉਹਨੂੰ ਅੰਤਸ਼ ਕਰਨ ਦੇ ਅੰਦਰ ਉਹ ਪਾਰ ਬ੍ਰਹਮ ਗੁਰ ਪੂਰਾ ਭੇਟਿਓ ਵਡ ਭਾਗੀ ਮਨੈ ਭਇਓ ਪਰਗਾਸਾ। ਕੋਏ ਨਾ ਪਹੁੰਚਨ ਖਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕਹਿ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰਾ। ਆਓ ਮੈਂ ਇੱਕ ਬੇਨਤੀ ਕਹਿ ਕੇ ਸਮਾਪਤੀ ਵੱਲ ਵਧਾਂ। ਕਲਗੀਧਰ ਬਾਪੂ ਦੀ ਗੋਦ ਵਿੱਚ ਬੈਠੇ ਹੋ ਸਿੱਖੋ, ਮਾਣ ਨਾਲ ਅੱਜ ਆ ਬਚਨ ਸੁਣਿਆ ਜੇ ਤੇ ਹਿਰਦੇ ਦਾ ਸ਼ਿੰਗਾਰ ਬਣਾ ਕੇ ਜਾਇਆ ਜੇ। ਕੁੱਲ ਦੁਨੀਆ ਦੇ ਅੰਦਰ ਜਿੰਨੇ ਵੀ ਮਨੁੱਖਾ ਦੇਹੀ ਧਾਰ ਕੇ ਇਸ ਜਗਤ ਵਿੱਚ ਆਏ ਨਾ ਮਾਹਤ ਲੋਕ ਵਿੱਚ, ਉਹਨਾਂ ਦੀਆਂ ਦੋ ਖਵਾਇਸ਼ਾਂ ਹਮੇਸ਼ਾ ਰਹਿੰਦੇ ਜੀਵਨ ਤੱਕ ਰਹਿੰਦੀਆਂ ਨੇ। ਕੀ? ਜਦੋਂ ਮੈਂ ਆਪ ਬਚਪਨ ਵਿੱਚ ਖਾਂ ਮੈਨੂੰ ਬਾਪੂ ਦੀ ਗੋਦ ਮਿਲੇ। ਇਹ ਜਿੰਨੇ ਵੀ ਆਪ ਸੰਗਤ ਪੇ ਕਰਦੇ ਹੋ ਸਾਰੇ ਚਾਹੁੰਦੇ ਹੋ ਨਾ ਬਾਪੂ ਦਾ ਸਿਰ ਹੱਥ ਤੇ ਹੋਏ ਤੇ ਬਾਪੂ ਦੀ ਗੋਦ ਹੋਏ ਤੇ ਫਿਰ ਬਚਪਨ ਵਿੱਚ ਆਨੰਦ ਹੀ ਵੱਖਰਾ ਹੈ। ਤੇ ਉਹੀ ਸੱਜਣ ਚਾਹੁੰਦਾ ਜਦੋਂ ਮੈਂ ਆਪ ਬਾਪੂ ਬਣਾ ਨਾ, ਆਪ ਪਿਤਾ ਬਣਾ ਤੇ ਫਿਰ ਮੇਰੇ ਗੋਦ ਵਿੱਚ ਔਲਾਦ ਦਾ ਸੁੱਖ ਹੋਏ। ਇਹ ਦੋ ਤਾਂ ਹਰ ਕੋਈ ਚਾਹਤ ਰੱਖਦਾ ਹੈ ਨਾ, ਖਵਾਇਸ਼ ਰੱਖਦਾ ਹੈ। ਆਓ ਹੁਣ ਇਸ ਘਟਨਾ ਨੂੰ ਸਾਹਮਣੇ ਰੱਖ ਕੇ ਕਦੀ ਕਲਗੀਧਰ ਬਾਪੂ ਦੀ ਵਡਿਆਈ ਵੇਖੋ। ਵਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਤੂੰ ਆਪ ਬਚਪਨ ਵਿੱਚ ਹੈ, ਕੀ ਪੌਣੇ 9 ਸਾਲ ਦੀ ਉਮਰ, ਸਤਿਗੁਰੂ ਤੇਰੇ ਖਿਰਦੇ ਦੀ ਖਵਾਇਸ਼ ਹੈ। ਲੱਖਾਂ ਖੀ ਸੁਹਾਗਣਾ ਦੇ ਸੁਹਾਗ ਜੇਕਰ ਬਚ ਸਕਦੇ ਨੇ, ਲੱਖਾਂ ਭੈਣਾਂ ਦੇ ਵੀਰ ਬਚ ਸਕਦੇ ਨੇ, ਜੇਕਰ ਤਿਲਕ ਜੰਜੂ ਬਚ ਸਕਦਾ ਹੈ, ਤੂੰ ਆਪਣੇ ਹੱਥਾਂ ਦੇ ਨਾਲ ਬਾਪੂ ਪਿਆ ਤੋਰਨਾ। ਵਾਹ ਕਲਗੀਧਰ ਬਾਪੂ, ਜਦੋਂ ਤੂੰ ਆਪ ਪਿਤਾ ਬਣਿਆ, ਆਪ ਪੁੱਤਰਾਂ ਵਾਲਾ ਬਣਿਆ ਤੇ ਉਸ ਵੇਲੇ ਤੂੰ ਆਪਣੇ ਕਰ ਕਮਲਾਂ ਦੇ ਨਾਲ ਆਪਣੇ ਪੁੱਤਰਾਂ ਨੂੰ ਪਿਆ ਤੋਰਨਾ ਹੈ। ਤਾਂ ਹੀ ਨਾ ਸਾਧ ਸੰਗਤ ਦੁਨੀਆ ਦੇ ਇਤਿਹਾਸਕਾਰ ਜਦੋਂ ਕਲਗੀਧਰ ਬਾਪੂ ਦੀ ਸਿਫਤ ਉਹ ਕਲਮਾਂ ਡੋਲ ਗਈਆਂ, ਕਹਿੰਦੇ ਨਹੀਂ ਇਨਸਾਫ ਕਰੇ ਜੀ में जमाना तो यकीन है, कह दो कि गुरु गोबिंद सिंह का सानी ही नहीं है, मुरीदों से ये प्यार ये शफकत भी कहीं है, उल्फत के ये जज्बे कभी देखे ना हमने, है देखना तो एक बात कभी सुने भी ना हमने। कहने लगे तो अज तक सुनिया भी नहीं गया, वेखना बड़ी दूर दी गल है। ताइयों कहंदा करतार की सौगंध नानक की कसम, जितनी भी खो तारीफ गोबिंद की वो कम है। वाह कलगीधर बापू तेरी वडियाई अगाध बोध है। दुनिया ते इस तख्ते ते आके मालिक जी आप जिन जिहड़ी शहनशाही बख्शी है, मैं समाप्ति वाल वधन लगा। सिखो आ अरजोई जरूर प्रवान करिया जे। इन गरीब सिंगण को देऊं पातशाही, याद करें खमरी गुरियाई। तुहानू ताज दिता है सिर ते, उन्हें दस्तार दिती है तुहाडे सिर ते चुनिया, मालिक गुरु गोबिंद सिंह दी बरकत है। ते माण नाल सिखो जिवो इस पातशाही नू जरूर खिरदे विच याद रख के रोलो ना। अज गुरु गोबिंद सिंह महाराज जदों वेंदे खोणगे कि मेरे धियां पुत्रां ने अपनी अकल दी वरतों करके जिहड़ी शक्ल मैं दिती इन्हां नूं चंगी नहीं लगदी, कहंदे अपनी अकल दे नाल अपनी शक्ल नूं सवारना है। याद रखिया जे सवरदी नहीं विगाड़ लैंदे हो, तुसी मालिक दे हुक्म तो बागी हुंदे हो। इस करके सिखो जो मालिक ने स्वरूप दिता है, इस स्वरूप नूं इसे तरह कलगीधर बापू दी खुशी लईए ते जिन्हां ने अजे तक अमृत दी दात ने लई
ਕਲਗੀਧਰ ਬਾਪੂ ਦੀ ਗੋਦ ਵਿੱਚ ਆਏ ਹੋ। ਸਤਿਗੁਰ ਨੇ ਆਪਣਾ ਰੂਪ ਦਿੱਤਾ ਹੈ ਤੁਹਾਨੂੰ। ਯਾਦ ਰੱਖਿਆ ਜੇ, ਕੁੱਲ ਦੁਨੀਆ ਦੇ ਅੰਦਰ ਨਾ ਜਦੋਂ ਵੀ ਸਾਧ ਸੰਗਤ ਆਪਾਂ ਕਿਸੇ ਨੂੰ ਪਿਆਰ ਨਾਲ ਬੁਲਾਉਣਾ ਹੋਏ, ਪੁਰਾਣੇ ਸਮਿਆਂ ਵਿੱਚ ਆਪਾਂ ਪੱਤਰ ਲਿਖਣੇ ਸਨ, ਕਹਿੰਦੇ ਸਨ ਮੇਰਾ ਪਿਆਰਾ ਮਿੱਤਰ। ਅੱਜ ਦੇ ਸਮੇਂ ਵਿੱਚ ਆਪਾਂ ਈਮੇਲਾਂ ਕਰਨੇ ਆ, ਮਾਈ ਡੀਅਰ, ਮਾਈ ਫਰੈਂਡ। ਆਪਾਂ ਕਿੰਨੇ ਪਿਆਰ ਭਾਵਪੂਰਤ ਸ਼ਬਦ ਵਰਤਨੇ ਆ। ਵਾਹ ਧੰਨ ਕਲਗੀਧਰ ਬਾਪੂ, ਤੂੰ ਇਹ ਸ਼ਬਦ ਆਪਣੇ ਪਿਤਾ ਵਾਸਤੇ ਨਹੀਂ ਵਰਤਿਆ, ਮਾਤਾ ਵਾਸਤੇ ਨਹੀਂ ਵਰਤਿਆ, ਆਪਣੇ ਪੁੱਤਰਾਂ ਵਾਸਤੇ ਨਹੀਂ ਵਰਤਿਆ। ਵਾਹ ਕਲਗੀਧਰ ਪਾਤਸ਼ਾਹ, ਇਹ ਪਿਆਰਾ ਸ਼ਬਦ ਵਰਤਿਆ ਹੈ ਤੇ ਤੁਹਾਡੇ ਵਿੱਚੋਂ ਉਹਨੇ ਪੰਜਾਂ ਸਿੰਘਾਂ ਨੂੰ ਆਪਣਾ ਰੂਪ ਸਾਜ ਕੇ ਉਹਨੇ ਕਿਹਾ, ਭਾਈ ਪਿਆਰੇ ਦਇਆ ਸਿੰਘ ਜੀ। ਉਹਨੇ ਪੰਜਾਂ ਨੂੰ ਇੰਨਾ ਮਾਣ ਦਿੱਤਾ ਹੈ, ਇਨ ਪੰਚਨ ਮੈਂ ਮੇਰੋ ਵਾਸਾ। ਤੇ ਸਾਧ ਸੰਗਤ ਜਿਨੇ ਇੰਨਾ ਕੁ ਮਾਣ ਦਿੱਤਾ ਹੋਏ, ਆਪਾਂ ਮਾਣ ਨੂੰ ਸਾਧ ਸੰਗਤ ਹੋਰ ਵਧਾਈਏ। ਕਲਗੀਧਰ ਬਾਪੂ ਕਿਰਪਾ ਕਰੇ। ਕਲਗੀਧਰ ਦੇ ਪੁੱਤਰੋ ਧੀਓ, ਸਾਰੇ ਅੰਮ੍ਰਿਤ ਧਾਰੀ ਹੋ ਕੇ ਜੀਵੀਏ। ਸਤਿਗੁਰ ਦੀ ਬਾਣੀ ਦਾ ਪ੍ਰਤਾਪ ਜੀਵਨ ਵਿੱਚ ਆਏ, ਗੁਰੂ ਸਾਹਿਬ ਜੀ ਦੀ ਸਿੱਖੀ ਦਾ ਪ੍ਰਤਾਪ ਆਏ। ਇਹ ਸਾਧ ਸੰਗਤ ਬੇਨਤੀਆਂ ਨੇ। ਮਾਲਕ ਜੀ ਕਿਰਪਾ ਕਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਵਰਤਾਉਣ। ਆਪਾਂ ਸਾਹਿਬ ਦੇ ਦਰ ਤੇ ਆਏ ਆ, ਆਓ ਅਰਦਾਸ ਕਰੀਏ ਆਪਾਂ ਇਸ ਦਰ ਤੋਂ ਕਿਤੇ ਘਰ ਤੱਕ ਪਹੁੰਚ ਸਕੀਏ। ਬਾਣੀ ਪੜ੍ਹਦਿਆਂ ਸੋ ਦਰ ਤੇਰਾ ਕਿਹਾ ਸੋ ਘਰ, ਘਰ ਤੱਕ ਆਪਾਂ ਸਫ਼ਰ ਬਣਾਈਏ, ਉਸ ਮੰਜ਼ਿਲ ਵੱਲ ਵਧੀਏ। ਤੇ ਜਦੋਂ ਗੁਰੂ ਸਾਹਿਬ ਦੀ ਬਾਣੀ ਨੂੰ ਪ੍ਰੇਮ ਕਰਾਂਗੇ, ਨਾਮ ਨਾਲ ਜੁੜਾਂਗੇ, ਫਿਰ ਸਾਧ ਸੰਗ ਸੁੱਤੇ ਸਿੱਧ ਜਿਹੜੀ ਅੱਜ ਗੁਰੂ ਸਾਹਿਬ ਨੇ ਬਖਸ਼ਿਸ਼ ਵਰਤਾਈਏ, ਉਹਦਾ ਆਨੰਦ ਮਾਣਾਂਗੇ। ਗੁਰੂ ਸਾਹਿਬ ਕਿਰਪਾ ਕਰਨ। ਸੋ ਆਪ ਰੱਬ ਰੂਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਇਸੇ ਤਰ੍ਹਾਂ ਸਾਧ ਸੰਗਤ ਇਸ ਅਸਥਾਨ ਤੇ ਜਿਹੜੇ ਬੜੇ ਪਿਆਰ ਸਹਿਤ ਸੇਵਾ ਨਿਭਾਉਂਦੇ ਨੇ, ਜਥੇਦਾਰ ਸਾਹਿਬ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ, ਮਾਨਯੋਗ ਜਥੇਦਾਰ ਸਾਹਿਬ, ਜਿਨ੍ਹਾਂ ਨੇ ਕੱਲ ਕਥਾ ਸਰਵਣ ਕਰਕੇ ਹੁਕਮ ਲਾਇਆ ਇੱਕ ਦਿਨ ਹੋਰ ਹਾਜ਼ਰੀ ਭਰਨੀ ਹੈ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। 2 ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਦ ਵਿੱਚ ਬਿਠਾ ਕੇ ਆਪਣਾ ਪਿਆਰ ਬਖਸ਼ ਕੇ ਆਪ ਗੁਰੂ ਸਾਹਿਬ ਨੇ ਸੇਵਾ ਲਈ। ਸਾਰੇ ਗ੍ਰੰਥੀ ਸਹਿਬਾਨ, ਸਾਰੇ ਖੀਪ ਪਤਵੰਤੇ ਸਜਣਾ ਦਾ ਧੰਨਵਾਦ। ਅਰਦਾਸ ਕਰਿਆ ਜੇ ਗੁਰੂ ਘਰ ਦਾ ਕੂਕਰ ਖਾਂ ਅੱਗੇ ਤੋਂ ਮਾਲਕ ਜੀ ਹੋਰ ਰਹਿਮਤ ਕਰਕੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੁਰੂ ਸਾਹਿਬ ਸੇਵਾਵਾਂ ਲੈਂਦੇ ਰਹਿਣ। ਆਓ ਸਾਧ ਸੰਗਤ ਇੱਕ ਵਾਰੀ ਗੁਰੂ ਸਾਹਿਬ ਜੀ ਦੇ ਅਖੀਰਲੇ ਬਚਨ ਸ਼ਬਦ ਦੇ ਸਰਵਣ ਕਰੀਏ। ਸਮਾਪਤੀ ਖੈ ਜੀ। सहजे गृह में सहज उदासी, सहजे दुबदा तन की नासी, जाके सहज मन पया आनंद, ताको पेटिया परमानंद। वाहिगुरु जी का खालसा, वाहिगुरु जी की फतेह। आए प्रभ शरणागति, कृपा निध दयाल, एक अखर खर मन बस्त, नानक खोत निहाल। हर हर नाम जपंतिया, कछ न कहें जम काल। नानक मन तन सुखी खोए, अंतः मिलै गोपाल। वाहिगुरु जी का वाहिगुरु जी।